ਪੱਖ ਦੀਆਂ ਖਬਰਾਂ ਦੇਖਦੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫੇਰ ਮੇਰੇ ਅਜੀਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਤੇ ਆਪ ਸਾਰਿਆਂ ਦਾ ਸਵਾਗਤ ਹੈ। ਮੇਰੇ ਨਾਲ ਜੁੜੇ ਹੋਏ ਨੇ ਮੋਹਾਲੀ ਤੋਂ ਸ਼ਬਦੀਸ਼ ਜੀ, ਮੋਹਾਲੀ ਤੋਂ ਹੀ ਸੀਪੀ ਸਿੰਘ ਜੀ ਤੇ ਚੰਡੀਗੜ੍ਹ ਤੋਂ ਪਰਮੀਤ ਸਿੰਘ ਜੀ। ਆਪ ਸਾਰਿਆਂ ਦਾ ਜੀ ਫੇਰ ਇੱਕ ਵਾਰੀ ਦੁਬਾਰਾ ਪੱਖ ਦੀਆਂ ਖਬਰਾਂ ਵਿੱਚ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਪੰਜਾਬ ਦੀ ਇੱਕ ਬਹੁਤ ਹੀ ਭਖਤੇ ਹੋਏ ਮੁੱਦੇ ਦਾ। ਉਹ ਹੈ ਜਿਹੜਾ ਕਿ SYL, ਜਿਹਨੂੰ ਸਤਲੁਜ ਯਮੁਨਾ ਲਿੰਕ ਨਹਿਰ ਵੀ ਕਿਹਾ ਜਾਂਦਾ ਹੈ। ਉਹ ਮੁੱਦਾ ਇੱਕ ਵਾਰੀ ਫੇਰ ਸੁਰਖੀਆਂ ਵਿੱਚ ਵੀ ਆ ਗਿਆ ਹੈ ਔਰ ਬਹੁਤ ਹੀ ਪ੍ਰਸ਼ਾਸਨਿਕ ਤੌਰ ਤੇ ਵੀ ਬਹੁਤ ਹੀ ਅਹਿਮ ਮੁੱਦਾ ਬਣਿਆ ਹੋਇਆ ਅੱਜ ਉੱਥੇ ਉਹ, ਕਿਉਂਕਿ ਹਰਿਆਣਾ ਤੋਂ ਰਾਸ਼ਟਰੀ ਲੋਕ ਦਲ ਜਿਹੜਾ ਹੈਗਾ, ਸੌਰੀ ਅਭੈ ਚੌਟਾਲਾ ਜੀ ਦੀ ਜਿਹੜੀ ਪਾਰਟੀ ਹੈ, ਉਹਦੇ ਵੱਲੋਂ ਨਹਿਰ ਨੂੰ ਜਿਹੜੇ ਪੁੱਟ ਕੇ ਚਾਲੂ ਕਰਨ ਵਾਸਤੇ ਆਪਣੇ ਬਹੁਤ ਹੀ ਸਮਰਥਕਾਂ ਸਮੇਤ ਅੱਜ ਦਾ ਐਲਾਨ ਕੀਤਾ ਗਿਆ ਔਰ ਉਹਦੇ ਨਾਲ ਵੱਡੀ ਪ੍ਰਸ਼ਾਸਨਿਕ ਜਿਹੜੀ ਹੈਗੀ ਦੋਵੇਂ ਸਰਕਾਰਾਂ ਹਰਿਆਣੇ ਤੇ ਪੰਜਾਬ ਨੂੰ, ਉਹਨਾਂ ਵਾਸਤੇ ਇੱਕ ਵੱਡੀ ਚੁਣੌਤੀ ਹੋ ਗਈ ਹੈ। ਕਿਉਂਕਿ ਸੁਪਰੀਮ ਕੋਰਟ 'ਚ ਕੇਸ ਹੈ, ਸੁਪਰੀਮ ਕੋਰਟ ਨੇ ਇਸ ਕੇਸ ਤੇ ਸਟੇਟਸ ਕੋ ਮੇਨਟੇਨ ਕਰਨ ਵਾਸਤੇ ਆਰਡਰ ਕੀਤੇ ਹੋਏ ਨੇ। ਜਦੋਂ ਤੱਕ ਫਾਈਨਲ ਸੁਣਵਾਈ ਨਹੀਂ ਹੁੰਦੀ ਕੋਈ, ਉਹ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਕ ਉੱਥੇ ਕੋਈ ਚੇਂਜ ਨਹੀਂ ਹੋਣੀ ਚਾਹੀਦੀ। ਪਰ ਇਨੈਲੋ ਵੱਲੋਂ ਇਹ ਐਲਾਨ ਕੀਤਾ ਹੋਣ ਕਰਕੇ ਤੇ ਆਪਣੇ ਸਮਰਥਕਾਂ ਨੂੰ ਲੈ ਕੇ ਉੱਥੇ ਅੱਜ ਦੇ ਦਿਨ, ਕਿਉਂਕਿ ਉੱਥੇ 23 ਤਰੀਕ ਹੋ ਚੁੱਕੀ ਹੈ, ਤੇ ਉੱਥੇ ਜਾ ਕੇ ਇਸ ਚੀਜ਼ ਦੀ ਖੁਦਾਈ ਕਰਨ ਦਾ ਜਿਹੜਾ ਹੈਗਾ ਤਹੀਆ ਕੀਤਾ ਹੋਇਆ ਹੈ। ਉੱਥੇ ਕਿਹੋ ਜਿਹੇ ਇਸ ਵਕਤ ਸਿਨੈਰੀਓ ਬਣਿਆ ਹੋਇਆ ਹੈ, ਕਿਹੋ ਜਿਹੇ ਸਰਕਾਰਾਂ ਨੇ ਪ੍ਰਬੰਧ ਕੀਤੇ ਹੋਏ ਨੇ, ਉਹਨਾਂ ਬਾਰੇ ਆਪਾਂ ਜਾਣਦੇ ਹਾਂ। ਸਾਡੇ ਨਾਲ ਜੁੜੇ ਨੇ ਚੰਡੀਗੜ੍ਹ ਤੋਂ ਪਰਮੀਤ ਸਿੰਘ ਜੀ, ਉਹਨਾਂ ਤੋਂ ਕਿ ਉੱਥੇ ਅੱਜ ਕੱਲ੍ਹ ਕੀ ਮਾਹੌਲ ਬਣਿਆ ਹੋਇਆ। ਜੀ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਸ਼ੰਭੂ ਬਾਰਡਰ ਜਿਹੜਾ ਹੈਗਾ, ਜਿੱਥੇ ਜਿਹੜਾ ਮੇਨ ਇੱਕ ਟੈਂਸ਼ਨ ਵਾਲਾ ਏਰੀਆ ਹੈਗਾ, ਉੱਥੇ ਉਸ ਸਾਰੇ ਇਲਾਕੇ ਨੂੰ ਛਾਵਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਔਰ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਜਿਹੜੀ ਭਾਰੀ ਮਾਤਰਾ 'ਚ ਉੱਥੇ ਹੈਗੀ ਹੈ। ਹਰਿਆਣਾ ਪੁਲਿਸ ਦੀਆਂ 3 ਕੰਪਨੀਆਂ ਉੱਥੇ ਲੱਗੀਆਂ ਹੋਈਆਂ ਨੇ, ਪੰਜਾਬ ਪੁਲਿਸ ਦੀਆਂ 6 ਕੰਪਨੀਆਂ ਉੱਥੇ ਲੱਗੀਆਂ ਹੋਈਆਂ ਨੇ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਜਿਹੜੀਆਂ ਹੈਗੀਆਂ 10 ਪੈਰਾਮਿਲਟਰੀ ਜਿਹੜੇ ਫੋਰਸ ਦੀਆਂ ਕੰਪਨੀਆਂ ਉੱਥੇ ਲਗਾਈਆਂ ਹੋਈਆਂ ਨੇ ਔਰ ਉਸ ਪੂਰੇ ਇਲਾਕੇ ਦੀ 2 ਹੈਲੀਕਾਪਟਰਸ ਨਾਲ ਉਹਨਾਂ ਤੇ ਨਿਗਾਹ ਰੱਖੀ ਜਾਏਗੀ ਕਿ ਉੱਥੇ ਕਿਸੇ ਕਿਸਮ ਦਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਖਰਾਬ ਨਾ ਹੋਵੇ। ਤੇ ਇਹਦੇ ਨਾਲ ਹੀ ਜਿਹੜੇ ਹਰਿਆਣਾ ਦੇ ਨਾਲ ਲੱਗਦੇ, ਹਰਿਆਣਾ ਬਾਰਡਰ ਨਾਲ ਲੱਗਦੇ ਜਿੰਨੇ ਵੀ ਜ਼ਿਲ੍ਹੇ ਹੈਗੇ, ਸਾਰਿਆਂ ਦੇ ਵਿੱਚ ਦਫਾ 144 ਜਿਹੜੀ ਉਹ ਲਗਾ ਦਿੱਤੀ ਗਈ ਹੈ। ਪੰਜਾਬ ਪੁਲਿਸ ਜਿਹੜੀ ਆਪਣੇ ਵੱਲੋਂ ਪੂਰੀ ਤਰ੍ਹਾਂ ਚੌਕਸ ਹੋਈ ਹੋਈ ਹੈ। ਦੋਨਾਂ ਰਾਜਾਂ ਦੇ, ਪੰਜਾਬ ਤੇ ਹਰਿਆਣਾ ਦੇ DGP ਜਿਹੜੇ ਨੇ ਉਹ ਉੱਥੇ ਮੌਕੇ ਤੇ ਹੈਗੇ ਨੇ ਔਰ ਸਾਰੇ ਸਿਕਿਉਰਿਟੀ ਅਰੇਂਜਮੈਂਟਸ ਨੂੰ ਜਿਹੜਾ ਮੋਨੀਟਰ ਕਰ ਰਹੇ ਨੇ। ਔਰ ਇਹਦੇ ਨਾਲ ਹੀ ਜੋ ਵੀ ਉੱਥੇ ਮਤਲਬ ਉਸ ਇਲਾਕੇ ਵੱਲ ਨੂੰ ਜਾਣ ਵਾਲੇ, ਨਹਿਰ ਵੱਲ ਨੂੰ ਜਾਣ ਵਾਲੇ ਜਿੰਨੇ ਰਸਤੇ ਨੇ ਉਹ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਨੇ। ਅਲਟਰਨੇਟ ਰੂਟ ਤੋਂ ਟ੍ਰੈਫਿਕ ਜਿਹੜਾ ਡਾਇਵਰਟ ਕੀਤਾ ਜਾ ਰਿਹਾ ਔਰ ਇਹਦੇ ਨਾਲ ਹੀ ਸ਼ੰਭੂ ਦੇ ਵਿੱਚ ਪੰਜਾਬ ਪੁਲਿਸ ਨੇ ਆਪਣਾ ਇੱਕ ਬੇਸ ਕੈਂਪ ਬਣਾਇਆ ਹੈਗਾ, ਜਿੱਥੇ ਕਿ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ, ਸੂਬੇ ਦੀ ਜਿਹੜੀ ਪੁਲਿਸ ਦੇ ਆਲਾ ਅਧਿਕਾਰੀ ਨੇ, ਹੋਰਨਾਂ ਜ਼ਿਲ੍ਹਿਆਂ ਤੋਂ ਵੀ ਜਿਹੜੇ ਉੱਥੇ ਉਹਨਾਂ ਨੂੰ ਤੈਨਾਤ ਕੀਤਾ ਗਿਆ ਤਾਂ ਕਿ ਲਾਅ ਐਂਡ ਆਰਡਰ ਦਾ ਜਿਹੜਾ ਕਿਸੇ ਕਿਸਮ ਦਾ ਸਿਚੁਏਸ਼ਨ ਜਿਹੜੀ ਖਰਾਬ ਨਾ ਹੋਵੇ। ਇਹਦੇ ਨਾਲ ਹੀ ਇਨੈਲੋ ਦੇ ਜਿਹੜੇ ਨੇਤਾ ਹੈਗੇ ਨੇ, ਅਭੈ ਚੌਟਾਲਾ, ਉਹਨਾਂ ਨੇ ਦਾਅਵਾ ਕੀਤਾ ਵੀ ਇਨੈਲੋ ਦੇ 1 ਲੱਖ ਵਰਕਰ ਜਿਹੜੇ ਆ ਉਹ ਅੱਜ ਉੱਥੇ ਪਹੁੰਚਣਗੇ ਕਈਆਂ ਦੇ ਫਾਵੜਿਆਂ ਦੇ ਨਾਲ, ਤੇ ਉਹ ਚਾਹੇ ਉਹਨਾਂ ਨੂੰ ਆਪਣੀ ਜਾਨ ਵੀ ਦੇਣੀ ਪਏ ਤੇ ਅਸੀਂ ਜੋ ਉਹਨਾਂ ਦਾ ਕਹਿਣਾ ਕਿ ਅਸੀਂ ਅੱਜ ਇਸ ਨਹਿਰ ਨੂੰ ਖੋਦ ਕੇ ਰਹਾਂਗੇ। ਇਹਦੇ ਨਾਲ ਹੀ ਅਜੀਤ ਸਿੰਘ ਜੀ, ਇੱਕ ਚੀਜ਼ ਜਿਹੜੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਹਰਿਆਣਾ ਦੇ ਵਿੱਚ ਹੀ ਜਿਹੜੀ ਇਨੈਲੋ ਹੈ ਔਰ ਜਿਹੜੀ ਖੱਟਰ ਸਰਕਾਰ ਹੈ, ਇਹਨਾਂ ਦੋਨਾਂ ਦੇ ਵਿੱਚ ਇੱਕ ਕੌਨਫਲਿਕਟ ਪਰਮਜੀਤ ਸਿੰਘ ਜੀ, ਮੈਂ ਤੁਹਾਨੂੰ ਰੋਕਣਾ ਚਾਹਾਂਗਾ। ਆਪਣੇ ਨਾਲ ਪੰਜਾਬ ਤੋਂ ਜਿਹੜੇ ਹੈਗੇ ਨੇ ਕਰਨੈਲ ਸਿੰਘ ਪੀਰ ਮੁਹੰਮਦ ਜੁੜ ਗਏ ਨੇ। ਸਰ ਕਰਨੈਲ ਸਿੰਘ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ? ਮੈਂ ਅਜੀਤ ਸਿੰਘ ਕੈਲਗਰੀ ਤੋਂ ਭਗਦੀਆਂ ਖਬਰਾਂ। ਬਿਲਕੁਲ ਸਹੀ ਆ ਰਹੀ ਆਵਾਜ਼ ਜੀ। ਪੀਰ ਮੁਹੰਮਦ ਸਾਹਿਬ, ਉੱਥੇ ਇਹੋ ਜਿਹਾ ਜਿਹੜਾ ਇਸ ਵਕਤ ਇਨੈਲੋ ਵੱਲੋਂ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਕੋਸ਼ਿਸ਼ ਦੇ ਪਿੱਛੇ ਕੀ ਮਨਸ਼ਾ ਹੈ? ਜਦੋਂ ਕਿ ਸੁਪਰੀਮ ਕੋਰਟ ਸਟੇਟਸ ਕੋ ਕੀਤਾ ਹੋਇਆ ਹੈ, ਤਾਂ ਕੀ ਇਹਨੂੰ ਆਪਾਂ ਇਹ ਮੰਨ ਸਕਦੇ ਹਾਂ ਕਿ ਇਹਦੇ ਨਾਲ ਉਹ ਕੁਝ ਵਾਕਈ ਹਰਿਆਣੇ ਵਾਸਤੇ ਪ੍ਰਾਪਤ ਕਰਨ ਦੇ ਸਮਰੱਥ ਹੋ ਸਕਦੇ ਹਾਂ ਕਿ ਇਹ ਬਿਲਕੁਲ ਸੋਚੀ ਸਮਝੀ ਜਿਹੜੀ ਹੈਗੀ ਇੱਕ ਪੋਲੀਟੀਕਲ ਚਾਲ ਹੈ, ਜਿਹੜੀ ਕਿ ਆਪਣੀ ਮਹੱਤਤਾ ਜਿਹੜੀ ਕਾਫੀ ਉਹ ਪੋਲੀਟੀਕਲੀ ਇਸ ਟਾਈਮ ਮਤਲਬ ਲੋ ਐਬ ਤੇ ਨੇ,
ਉਹਨੂੰ ਲਾਈਮਲਾਈਟ 'ਚ ਆਪਣੀ ਪਾਰਟੀ ਨੂੰ ਲਿਆਉਣ ਵਾਸਤੇ ਕੀਤਾ ਜਾ ਰਿਹਾ? ਬਿਲਕੁਲ ਇਸ ਦੇ ਵਿੱਚ ਕੋਈ ਦੋ ਰਾਇਆ ਨਹੀਂ। ਜਿਹੜੀ ਇਹ ਇੱਕ ਪੋਲੀਟੀਕਲ ਕੌਨਸਪੀਰੇਸੀ ਕੀਤੀ ਗਈ ਹੈ ਔਰ ਇਸ ਦੇ ਵਿੱਚ ਕੱਲਾ ਚੌਟਾਲਾ ਪਰਿਵਾਰ ਹੀ ਨਹੀਂ ਸ਼ਾਮਲ, ਇਸ ਦੇ ਵਿੱਚ ਬੀਜੇਪੀ ਔਰ ਬਾਦਲ ਐਂਡ ਕੰਪਨੀ ਸਭ ਇਨਵੋਲਵ ਨੇ, ਜਿਨ੍ਹਾਂ ਨੂੰ ਇਹ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਅਸੀਂ ਹਾਸ਼ੀਏ ਤੇ ਜਾ ਚੁੱਕੇ ਹਾਂ। ਅਜਿਹੇ ਹਾਲਾਤਾਂ ਦੇ ਵਿੱਚ ਹੁਣ ਪੰਜਾਬ ਨੂੰ ਡਿਸਟਰਬ ਉਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਇਹਨਾਂ ਨੇ ਪਹਿਲਾਂ ਧਰਮ ਯੁੱਧ ਮੋਰਚੇ ਦੇ ਨਾਮ ਦੇ ਉੱਪਰ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਔਰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪਹਿਲਾਂ ਮਰਜੀਵੜੇ ਤਿਆਰ ਕੀਤੇ ਗਏ, ਬਾਅਦ ਦੇ ਵਿੱਚ ਹੱਥ ਖੜੇ ਕਰਕੇ ਦਰਬਾਰ ਸਾਹਿਬ ਫੌਜਾਂ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ ਤੇ ਆਪ ਗੈਸਟ ਹਾਊਸਾਂ ਦੇ ਰੈਸਟ ਹਾਊਸਾਂ ਦੇ ਵਿੱਚ ਜਾ ਕੇ ਬੈਠ ਗਏ। ਇਹ ਆਪਣੇ ਆਪ ਦੇ ਵਿੱਚ ਸਿੱਖ ਕੌਮ ਨਾਲ ਹੀ ਨਹੀਂ, ਪੰਜਾਬ ਵਾਸੀਆਂ ਨਾਲ ਬਹੁਤ ਵੱਡਾ ਇੱਕ ਧਰੋਹ ਕਮਾਇਆ ਜਾ ਰਿਹਾ, ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ। ਲੇਕਿਨ ਕਿਉਂਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਜਦੋਂ ਵੀ SYL ਨਹਿਰ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹਨੂੰ ਰੋਕਣ ਵਾਸਤੇ ਸਾਡੀ ਪੁਰਾਣੀ ਲੀਡਰਸ਼ਿਪ ਨੇ ਵੀ ਤੇ ਮੌਜੂਦਾ ਲੀਡਰਸ਼ਿਪ ਨੇ ਆਪਣਾ ਜੋ ਵੀ ਯੋਗਦਾਨ ਅਸੀਂ ਪਾ ਸਕਦੇ ਹਾਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੇ ਕੋਲ ਪਾਣੀ ਨਹੀਂ ਹੈਗਾ, ਇਹ ਅੰਕੜੇ ਦੱਸਦੇ ਨੇ। ਪੰਜਾਬ ਦਾ ਪਾਣੀ ਪਹਿਲਾਂ ਹੀ ਹਰਿਆਣੇ ਨੂੰ, ਰਾਜਸਥਾਨ ਨੂੰ, ਦਿੱਲੀ ਨੂੰ ਜਾ ਰਿਹਾ ਬਿਨਾਂ ਕਿਸੇ ਰਿਐਲਿਟੀ ਤੋਂ। ਮੁਫਤ ਪਾਣੀ ਜਿਹੜਾ ਹੈ ਕਈ ਸਾਲਾਂ ਤੋਂ ਸਾਡੇ ਕੋਲ ਲਿਆ ਜਾ ਰਿਹਾ ਹੈ। ਹੁਣ SYL ਨਹਿਰ ਦਾ ਜਿਹੜਾ ਮੁੱਦਾ ਉਠਾਉਣਾ ਉਹਨਾਂ ਲੋਕਾਂ ਵੱਲੋਂ ਜਿਹੜੇ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਨਜ਼ਰਬੰਦ ਨੇ ਔਰ ਜੇਲ੍ਹ ਤੋਂ ਪੈਰੋਲ ਦੇ ਉੱਪਰ ਰਿਹਾ ਹੋ ਕੇ ਆਏ ਨੇ ਔਰ ਬਾਹਰ ਆਣ ਕੇ ਬਾਦਮਨੀ ਚਲਾ ਰਹੇ ਨੇ। ਤੇ ਅਸੀਂ ਮੰਗ ਵੀ ਕੀਤੀ ਹੈ ਜੇ ਕੇਂਦਰ ਸਰਕਾਰ ਜਾਂ ਨਿਆਂਪਾਲਿਕਾ ਦੇ ਵਿੱਚ ਕੋਈ ਦਮ ਹੈਗਾ ਜਾਂ ਸੱਚਾਈ ਦੇ ਉੱਤੇ ਉਹ ਪਹਿਰਾ ਦਿੰਦੇ ਆ ਤਾਂ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਓਮ ਪ੍ਰਕਾਸ਼ ਚੌਟਾਲਾ, ਉਹਦੇ ਬੇਟੇ ਅਭੈ ਚੌਟਾਲਾ, ਅਜੇ ਚੌਟਾਲਾ ਨੂੰ ਤੁਰੰਤ ਗ੍ਰਿਫਤਾਰ ਕਰਕੇ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕਰਨਾ ਚਾਹੀਦਾ। ਜਦੋਂ ਕਿ ਅਸੀਂ ਮਾੜੀ ਜਿਹੀ ਵੀ ਗੱਲ ਪੰਜਾਬ ਦੇ ਹਿੱਤਾਂ ਬਾਰੇ ਕਰਦੇ ਹਾਂ ਤੇ ਸਾਡੇ ਉੱਪਰ ਦੇਸ਼ ਧਰੋਹੀ, ਆਤੰਕਵਾਦੀ, ਦਹਿਸ਼ਤਗਰਦ ਸ਼ਬਦ ਲਾ ਦਿੱਤੇ ਜਾਂਦੇ ਆ। ਦੂਜੇ ਪਾਸੇ ਇਹ ਉਹ ਲੋਕ ਨੇ ਜਿਹੜੇ ਇਸ ਦੇ ਉੱਪਰ ਗੰਦੀ ਸਿਆਸਤ ਕਰ ਰਹੇ ਨੇ, ਪੰਜਾਬ ਤੇ ਹਰਿਆਣਾ ਨਿਵਾਸੀਆਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਨੇ। ਪੀਰਮਾਨ ਸਾਹਿਬ, ਤੁਸੀਂ ਗੱਲ ਕੀਤੀ ਹੈ ਇਹਦੇ ਬਾਰੇ ਚ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਤੇ ਬਾਦਲ ਅਕਾਲੀ ਦਲ ਦੀ ਨਾਲ ਉਹਨਾਂ ਦੇ ਸਹਿਮਤੀ ਹੈ ਇਸ ਚੀਜ਼ ਬਾਰੇ, ਪਰ ਜਿਹੜੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਇਸ ਬਾਰੇ ਕੀ ਆਪਣੇ ਵਿਚਾਰ ਪ੍ਰਗਟ ਕਰ ਰਹੀਆਂ ਨੇ ਜਾਂ ਉਹਨਾਂ ਦਾ ਕੀ ਰਿਐਕਸ਼ਨ ਹੈ? ਜਿਵੇਂ ਤੁਸੀਂ ਧਰਮ ਯੁੱਧ ਮੋਰਚੇ ਦੀ ਗੱਲ ਕੀਤੀ ਹੈ, ਮੇਰੇ ਖਿਆਲ ਧਰਮ ਯੁੱਧ ਮੋਰਚੇ ਵੇਲੇ ਤਾਂ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਧਿਰਾਂ ਜਿਹੜੀਆਂ ਹੈਗੀਆਂ, ਖਾਸ ਕਰਕੇ ਜਿਹੜੀ ਪੰਥਕ ਧਿਰਾਂ ਸੀ, ਚਾਹੇ ਆਪਣੇ ਆਪ ਨੂੰ ਬਾਦਲ ਅਕਾਲੀ ਦਲ ਵੀ ਪੰਥਕ ਧਿਰ ਕਹਾਉਂਦਾ ਸੀ ਤੇ ਬਾਕੀ ਪੰਥਕ ਧਿਰਾਂ ਇਸ ਧਰਮ ਯੁੱਧ ਮੋਰਚੇ ਦੇ ਨਾਲ ਜੁੜੀਆਂ ਹੋਈਆਂ ਸੀ। ਅੱਜ ਭਾਵੇਂ ਅਸੀਂ ਉਹਦੇ ਵਿੱਚ ਕਿਸੇ ਗਰੁੱਪ ਬਾਰੇ ਆਪਣੇ ਕੋਈ ਵੱਖਰਾ ਵਿਚਾਰ ਰੱਖ ਸਕਦੇ ਹਾਂ, ਪਰ ਅੱਜ ਜਿਹੜੀਆਂ ਦੂਜੀਆਂ ਆਮ ਆਦਮੀ ਪਾਰਟੀ ਵੀ ਦਾਅਵਾ ਪੰਜਾਬ ਤੇ ਜਿਤਾ ਰਹੀ ਹੈ, ਕਾਂਗਰਸ ਜਿਤਾ ਰਹੀ ਹੈ, ਉਹਨਾਂ ਦਾ ਬਿਹੇਵੀਅਰ ਤੁਹਾਨੂੰ ਜਾਂ ਉਹਨਾਂ ਦੀ ਅਪਰੋਚ ਕਿਵੇਂ ਜਾਪਦੀ ਹੈ? ਦੇਖੋ, ਸਾਰੇ ਇਸ ਮਸਲੇ ਦੇ ਉੱਪਰ ਰਾਜਨੀਤੀ ਕਰਕੇ 11 ਮਾਰਚ ਦੀ ਵੇਟ ਕਰ ਰਹੇ ਨੇ ਔਰ ਸਾਰਿਆਂ ਨੇ ਵਿੰਗੇ ਟੇਢੇ ਤਰੀਕੇ ਦੇ ਨਾਲ ਆਪਣਾ ਖਹਿੜਾ ਛਡਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਤੁਹਾਨੂੰ ਤਿੰਨਾਂ ਪ੍ਰਮੁੱਖ ਪਾਰਟੀਆਂ ਦੇ ਜਿਨ੍ਹਾਂ ਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਹਿਮ ਰੋਲ ਹੈ ਔਰ ਰਿਜ਼ਲਟ ਵੀ ਉਹਨਾਂ ਦੇ ਇਰਦ ਗਿਰਦ ਘੁੰਮਣੇ ਨੇ, ਉਹਨਾਂ ਦੇ 3 ਲੀਡਰਾਂ ਦੇ ਮੈਂ ਬਿਆਨ ਬਰੀਫ ਦੇ ਵਿੱਚ ਤੁਹਾਨੂੰ ਦੱਸਾਂਗਾ। ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਲਗਾਤਾਰ ਇੱਕ ਐਡ ਦੇ ਰੂਪ ਦੇ ਵਿੱਚ ਜਿੰਨਾ ਦੇਰ ਚੋਣਾਂ ਚੱਲਦੀਆਂ ਰਹੀਆਂ ਪੰਜਾਬ ਦੇ ਵਿੱਚ ਹਰੇਕ TV ਚੈਨਲ ਦੇ ਉੱਪਰ, ਰੇਡੀਓ ਦੇ ਉੱਪਰ ਵਾਰ-ਵਾਰ ਬਿਆਨ ਆਉਂਦਾ ਸੀ ਕਿ ਮੈਂ ਵੱਡੀ ਤੋਂ ਵੱਡੀ ਕੁਰਬਾਨੀ ਦੇ ਦਿਆਂਗਾ ਪਰ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਦੂਜੇ ਰਾਜ ਨੂੰ ਜਾਣ ਨਹੀਂ ਦੇਵਾਂਗਾ। ਇਹ ਬਿਆਨ ਸੀ ਪ੍ਰਕਾਸ਼ ਸਿੰਘ ਬਾਦਲ ਦਾ। ਫਿਰ ਉਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਉਂਦਾ ਸੀ ਕਿ ਮੈਂ ਜੇਲ੍ਹ ਜਾਣ ਤੋਂ ਵੀ ਗਰੇਜ ਨਹੀਂ ਕਰਾਂਗਾ। ਪੰਜਾਬ ਦੇ ਪਾਣੀਆਂ ਵਾਸਤੇ ਮੈਂ 2004 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਇਹਨੂੰ ਰਿਜੈਕਟ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਪਾਣੀਆਂ ਵਾਸਤੇ ਮੈਂ ਜੇਲ੍ਹ ਜਾਣ ਲਈ ਵੀ ਤਿਆਰ ਹਾਂ। ਤੀਸਰਾ ਵਿਅਕਤੀ ਸੀ ਅਰਵਿੰਦ ਕੇਜਰੀਵਾਲ, ਜਿਹੜਾ ਆਪਣੇ ਹਰਿਆਣਾ ਦਾ ਨਿਵਾਸੀ ਹੈ ਔਰ ਦਿੱਲੀ ਦਾ ਮੁੱਖ ਮੰਤਰੀ ਹੈ। ਉਸ ਨੂੰ ਜਦੋਂ ਪੁੱਛਿਆ ਗਿਆ ਮਜੀਠੇ ਦੇ ਵਿੱਚ ਕਿ ਪੰਜਾਬ ਦੇ ਪਾਣੀਆਂ ਬਾਰੇ ਤੁਹਾਡਾ ਕੀ ਸਟੈਂਡ ਹੈ, ਕਹਿੰਦਾ ਜੀ ਪੰਜਾਬ ਦੇ ਪਾਣੀਆਂ ਉੱਪਰ ਪੰਜਾਬ ਦਾ ਹੱਕ ਹੈ।
ਲੇਕਿਨ ਦਿੱਲੀ ਜਾ ਕੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਪੰਜਾਬ ਦੇ ਪਾਣੀਆਂ ਉੱਪਰ ਕਿਸ ਦਾ ਹੱਕ ਹੈ, ਕਹਿੰਦਾ ਕਿ ਪੰਜਾਬ ਦਾ ਵੀ ਹੱਕ ਹੈ, ਹਰਿਆਣੇ ਦਾ ਵੀ ਹੱਕ ਹੈ ਤੇ ਦਿੱਲੀ ਦਾ ਵੀ ਹੱਕ ਹੈ। ਬਾਅਦ ਦੇ ਵਿੱਚ ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਸੁਖਪਾਲ ਖਹਿਰਾ ਇਹ ਸਾਰੇ ਸਪਸ਼ਟੀਕਰਨ ਦਿੰਦੇ ਰਹੇ। ਲੇਕਿਨ ਪਿਛਲੇ ਕਈ ਦਿਨਾਂ ਤੋਂ ਜਦੋਂ ਓਮ ਪ੍ਰਕਾਸ਼ ਚੌਟਾਲਾ ਐਂਡ ਕੰਪਨੀ ਨੇ ਦਮਗਜੇ ਮਾਰੇ ਕਿ ਅਸੀਂ 1 ਲੱਖ ਵਰਕਰਾਂ ਨੂੰ ਨਾਲ ਲੈ ਕੇ ਸ਼ੰਭੂ ਬਾਰਡਰ ਕ੍ਰਾਸ ਕਰਕੇ ਪੰਜਾਬ ਦੇ ਵਿੱਚ ਇੰਟਰ ਹੋਵਾਂਗੇ ਔਰ SYL ਨਹਿਰ ਪੁੱਟ ਦਿਆਂਗੇ, ਤਾਂ ਇਹਨਾਂ 3 ਪਾਰਟੀਆਂ ਦੇ ਕਿਸੇ ਵੀ ਲੀਡਰ ਦਾ ਕੋਈ ਬਿਆਨ ਇਸ ਦਮ ਦੇ ਵਿੱਚ ਨਹੀਂ ਆਇਆ ਕਿ ਅਸੀਂ ਇਹਨਾਂ ਨੂੰ ਰੋਕਾਂਗੇ ਜਾਂ ਅਸੀਂ ਇਹਨਾਂ ਨੂੰ ਫਟਕਾਰ ਪਾਉਣੇ ਆ ਜਾਂ ਅਸੀਂ ਸੈਂਟਰ ਸਰਕਾਰ ਨਾਲ ਗੱਲ ਕਰਦੇ ਹਾਂ ਜਾਂ ਅਸੀਂ ਪੰਜਾਬ ਦੇ ਹਿੱਤਾਂ ਵਾਸਤੇ ਖੜੇ ਹਾਂ। ਲੇਕਿਨ ਇਹਨਾਂ ਦੇ ਵਿੱਚੋਂ ਇੱਕ ਪਾਰਟੀ ਜਿਸ ਦੇ ਜਿਹੜੇ ਹੈਗੇ ਨੇ ਮੁਖੀ ਆਪਣੇ ਬੈਂਸ ਸਾਹਿਬ, ਸਿਮਰਜੀਤ ਸਿੰਘ ਬੈਂਸ, ਉਹਨਾਂ ਨੇ ਜ਼ਰੂਰ ਕੱਲ ਜਿਹੜਾ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਪਾਣੀਆਂ ਦੇ ਸਬੰਧ ਦੇ ਵਿੱਚ ਅਸੀਂ ਕਪੂਰੀ ਜਾ ਕੇ ਲਲਕਾਰ ਰੈਲੀ ਕਰਾਂਗੇ ਔਰ ਉਸ ਰੈਲੀ ਦੇ ਵਿੱਚ ਸਾਡੇ ਵਰਕਰ ਜਿਹੜੇ ਵੱਡੀ ਗਿਣਤੀ ਵਿੱਚ ਜਾਣਗੇ। ਇਹ ਰਾਜਨੀਤਿਕ ਪਾਰਟੀਆਂ ਦਾ ਮੌਜੂਦਾ ਸਟੇਟਸ ਹੈ। ਧੰਨਵਾਦ ਪੀਰ ਮੁਹੰਮਦ ਸਾਹਿਬ, ਤੁਸੀਂ ਆਪਣੇ ਵਿਚਾਰ ਦਿੱਤੇ ਨੇ ਸਮਾਂ ਕੱਢ ਕੇ, ਤੇ ਆਸ ਕਰਦੇ ਹਾਂ ਕਿ ਤੁਸੀਂ ਫੇਰ ਵੀ ਸਾਡੇ ਨਾਲ ਪੰਜਾਬ ਦੇ ਜਿਹੜੇ ਮੁੱਦੇ ਹੋਣਗੇ ਉਹਨਾਂ ਨਾਲ ਜੁੜ ਕੇ ਆਪਣੀ ਰਾਏ ਵੀ ਦਿੰਦੇ ਰਹੋਗੇ ਔਰ ਪੰਜਾਬ ਦੇ ਮੁੱਦਿਆਂ ਨੂੰ ਪੰਜਾਬ ਦਾ ਪੱਖ 'ਚ ਹੱਲ ਕਰਾਉਣ ਵਾਸਤੇ ਆਪਣਾ ਸੰਘਰਸ਼ ਵੀ ਕਰਦੇ ਰਹੋਗੇ। ਕਿ ਅਸੀਂ ਇੰਨਾ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਕਈ ਵੀਰ ਭੈਣਾਂ ਭਰਾ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਉਹ ਇਹ ਗੱਲ ਕਹਿੰਦੇ ਨੇ ਕਿ ਆਪਾਂ ਭਾਈ ਘਨੱਈਏ ਦੇ ਵਾਰਸ ਹਾਂ, ਆਪਾਂ ਤਾਂ ਦੁਸ਼ਮਣ ਨੂੰ ਜੰਗ ਦੇ ਵਿੱਚ ਵੀ ਪਾਣੀ ਪਿਲਾਉਂਦੇ ਰਹੇ ਹਾਂ ਤੇ ਹੁਣ ਪਾਣੀ ਤੋਂ ਆਪਾਂ ਕਿਉਂ ਲੜ ਰਹੇ ਹਾਂ, ਕਿਉਂ ਕਹਿ ਰਹੇ ਹਾਂ ਕਿ ਪਾਣੀ ਦੀ ਜਗ੍ਹਾ ਅਸੀਂ ਖੂਨ ਦੇ ਸਕਦੇ ਹਾਂ, ਪਾਣੀ ਨਹੀਂ ਦਿਆਂਗੇ। ਉਹਨਾਂ ਨੂੰ ਹਾਲਾਤ ਸਮਝਣੇ ਚਾਹੀਦੇ ਨੇ। ਪੰਜਾਬ ਦਾ ਪਾਣੀ ਪਹਿਲਾਂ ਹੀ ਭਾਖੜਾ ਡੈਮ ਰਾਹੀਂ, ਹਰੀਕੇ ਹੈਡਵਰਕਸ ਰਾਹੀਂ ਜਿਹੜਾ ਹੈ ਰਾਜਸਥਾਨ ਨੂੰ ਵੀ ਜਾ ਰਿਹਾ, ਹਰਿਆਣੇ ਨੂੰ ਵੀ ਜਾ ਰਿਹਾ ਤੇ ਦਿੱਲੀ ਨੂੰ ਵੀ ਜਾ ਰਿਹਾ। ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਹਾਲਾਤ ਇਹ ਨੇ, ਪੰਜਾਬ ਨੂੰ ਘੱਟੋ ਘੱਟ 450 ਲੱਖ ਏਕੜ ਫੁੱਟ ਪਾਣੀ ਚਾਹੀਦਾ ਤੇ ਪੰਜਾਬ ਦੇ ਪਾਸ ਇਸ ਵੇਲੇ 152 ਲੱਖ ਏਕੜ ਫੁੱਟ ਪਾਣੀ ਬਚਿਆ। ਜਦੋਂ ਪੰਜਾਬ ਤੇ ਜਿਹੜਾ ਪਾਕਿਸਤਾਨ ਦੇ ਵਿੱਚ ਪੰਜਾਬ ਚਲਾ ਗਿਆ ਇਕੱਠੇ ਸਨ, ਉਦੋਂ ਸਾਡੇ ਕੋਲ 1764 ਲੱਖ ਏਕੜ ਫੁੱਟ ਪਾਣੀ ਹੈਗਾ ਸੀ। ਲੇਕਿਨ ਉਹਦੇ ਵਿੱਚੋਂ 1400 ਤਕਰੀਬਨ 60 ਲੱਖ ਏਕੜ ਫੁੱਟ ਪਾਣੀ ਜਿਹੜਾ ਹੈ ਉਹ ਪਾਕਿਸਤਾਨ ਨੂੰ ਜਾ ਚੁੱਕਾ ਹੈ। ਜਿਹੜਾ ਬਾਕੀ ਪਾਣੀ ਬਚਿਆ ਉਹਦੇ ਵਿੱਚੋਂ ਹਰਿਆਣੇ ਨੂੰ ਇਸ ਵਕਤ ਪੰਜਾਬ ਦੇ ਵਿੱਚੋਂ ਤਕਰੀਬਨ 59.5 ਜਿਹੜਾ ਲੱਖ ਏਕੜ ਫੁੱਟ ਪਾਣੀ ਪਹਿਲਾਂ ਹੀ ਜਾ ਰਿਹਾ ਹੈ ਤੇ ਇਸੇ ਤਰ੍ਹਾਂ 90 ਲੱਖ ਏਕੜ ਫੁੱਟ ਪਾਣੀ ਜਿਹੜਾ ਹੈ ਹਰੀਕੇ ਹੈਡਵਰਕਸ ਦੇ ਰਾਹੀਂ ਰਾਜਸਥਾਨ ਨੂੰ ਜਾ ਰਿਹਾ। ਇਹ ਅੰਕੜੇ ਸਾਡੇ ਆ ਪੰਜਾਬ ਦੇ ਪਾਣੀਆਂ ਦੇ। ਤੇ ਬਹੁਤ ਲੰਮਾ ਸਮਾਂ ਪਹਿਲਾਂ ਜਦੋਂ ਅਸੀਂ ਛੋਟੇ ਸੀ, ਉਸ ਵਕਤ ਭਗਤ ਪੂਰਨ ਸਿੰਘ ਜੀ ਬਕਾਇਦਾ ਆਰਟੀਕਲ ਲਿਖ ਕੇ ਦਰਬਾਰ ਸਾਹਿਬ ਦੇ ਬਾਹਰ ਕੌਮ ਨੂੰ, ਪੰਜਾਬੀਆਂ ਨੂੰ ਜਾਗਰੂਕ ਕਰਦੇ ਰਹੇ ਕਿ ਪੰਜਾਬ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮਾਰੂਥਾਲ ਰੇਗਿਸਤਾਨ ਬਣੇਗਾ ਜਿਵੇਂ ਰਾਜਸਥਾਨ ਦੇ ਹਾਲਾਤ ਨੇ। ਲੇਕਿਨ ਤੁਸੀਂ ਪੰਜਾਬ ਵਾਸੀਓ ਇਕੱਲੇ ਇਹ ਪਾਣੀ ਦੀ ਗੱਲ ਨਹੀਂ ਹੈਗੀ, ਤੁਸੀਂ ਧਰਤੀ ਹੇਠਲਾ ਪਾਣੀ ਵੀ ਬਚਾ ਕੇ ਰੱਖਣਾ। ਅੱਜ ਧਰਤੀ ਹੇਠਲਾ ਪਾਣੀ ਜਿਹੜਾ ਹੈ ਉਹ 350-400 ਫੁੱਟ ਡੂੰਘਾ ਚਲਾ ਗਿਆ ਹੈ ਔਰ ਮਾਲਵਾ ਬੈਲਟ ਦੇ ਵਿੱਚ ਜਿਹੜਾ ਪਾਣੀ ਹੈ ਉਹਦੇ ਵਿੱਚ ਯੂਰੇਨੀਅਮ ਤੱਤ ਆ ਗਏ ਨੇ, ਜਿਸ ਕਰਕੇ ਉੱਥੇ ਕੈਂਸਰ ਦੀ ਨਾਮਰਾਦ ਬਿਮਾਰੀਆਂ ਵਰਗੇ ਭਿਆਨਕ ਰੋਗ, ਹੈਪਾਟਾਈਟਸ C, B, ਤਰ੍ਹਾਂ ਦੇ ਰੋਗ ਜਿਹੜੇ ਉਹ ਲੱਗ ਚੁੱਕੇ ਆ ਲੋਕਾਂ ਨੂੰ। ਸੋ ਪੰਜਾਬ ਦੇ ਪਾਣੀਆਂ ਉੱਪਰ ਸਾਨੂੰ ਸਹੀ ਸਮਝਣਾ ਚਾਹੀਦਾ ਹੈ। ਜਿਹੜਾ ਦਾਤਾ ਹੁੰਦਾ ਹੈ ਉਹ ਹੀ ਅੱਗੇ ਦਾਤਾ ਵੰਡ ਸਕਦਾ ਹੈ। ਅਸੀਂ ਗੁਰੂ ਦੇ ਸਿੱਖਾਂ ਔਰ ਗੁਰੂ ਪ੍ਰਤੀ ਸਮਰਪਿਤ ਹਾਂ, ਸਰਬੱਤ ਦਾ ਭਲਾ ਮੰਗਣ ਵਾਲੇ ਹਾਂ, ਪੀਸ ਦੇ ਵਿੱਚ ਰਹਿਣਾ ਚਾਹੁੰਦੇ ਹਾਂ। ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਅੱਜ ਦੇਵੀਗੜ੍ਹ ਤੋਂ ਕਪੂਰੀ ਤੱਕ ਮਾਰਚ ਕਰ ਰਹੇ ਹਾਂ। ਸਾਡਾ ਕਿਸੇ ਨਾਲ ਕੋਈ ਟਕਰਾਅ ਨਹੀਂ। ਲੇਕਿਨ ਜਿਹੜੇ ਚਟਾਲਿਆਂ ਨੇ ਧਮਕੀ ਦਿੱਤੀ ਹੈ ਕਿ ਪੰਜਾਬ ਆ ਕੇ ਅਸੀਂ ਨਹਿਰ ਪੁੱਟਾਂਗੇ, ਉਹਨਾਂ ਨੇ ਪੰਜਾਬ ਦਾ ਜਾਂ ਸਿੱਖ ਕੌਮ ਦਾ ਇਤਿਹਾਸ ਨਹੀਂ ਪੜ੍ਹਿਆ ਕਿ ਇੱਥੇ ਅਬਦਾਲੀ ਦਾ ਮੂੰਹ ਭੰਨਿਆ ਔਰ ਜਿਹਨੇ ਸੰਸਾਰ ਨੂੰ ਜਿੱਤਣ ਵਾਸਤੇ ਗੱਲ ਕੀਤੀ ਸੀ, ਸਿਕੰਦਰ ਵਰਗਿਆਂ ਨੂੰ, ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਪੰਜਾਬ ਆ ਕੇ ਔਰ ਅੰਗਰੇਜ਼ਾਂ ਨੂੰ ਇੱਥੋਂ ਭੱਜਣਾ ਪਿਆ। ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ, ਉਹਨੂੰ ਮੂੰਹ ਦਿਖਾਣੀ ਪਈ। ਸੋ ਪੰਜਾਬ ਦੀ ਧਰਤੀ ਦੇ ਉੱਪਰ ਜਿੰਨੇ ਵੀ ਸਾਡੇ ਹੁਣ ਤੱਕ ਦੇ ਮੁੱਖ ਮੰਤਰੀ ਹੋਏ ਨੇ, ਇਹਨਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਨਾਲ ਗਦਾਰੀ ਕੀਤੀ ਹੈ ਔਰ ਉਹ ਇਤਿਹਾਸ ਦੇ ਪੰਨਿਆਂ ਦੇ ਉੱਪਰ ਲਿਖਿਆ ਜਾ ਚੁੱਕਾ। ਕਰਨੈਲ ਸਿੰਘ ਜੀ,
ਜਿਵੇਂ ਤੁਸੀਂ ਦੱਸਿਆ ਕਿ ਮਾਰਚ ਕਰ ਰਹੇ ਆ, ਤਾਂ ਇਸ ਟਾਈਮ ਤੁਸੀਂ ਕਿੰਨੇ ਕੁ ਵਲੰਟੀਅਰ ਤੇ ਕਿਸ ਤਰ੍ਹਾਂ ਦੀ ਆਪਣਾ ਜਿਹੜੀ ਹੈਗੀ ਤਿਆਰੀ ਦੇ ਨਾਲ ਮਾਰਚ ਕਰ ਰਹੇ ਹੋ? ਕਿਆ ਤੁਹਾਡਾ ਮਾਰਚ ਅੱਜ ਹੀ ਹੋ ਰਿਹਾ ਹੈ ਉੱਥੇ? ਹਾਂਜੀ, ਅੱਜ ਅਸੀਂ ਦੇਵੀਗੜ੍ਹ ਤੋਂ ਚੱਲਣਾ ਸੀ ਅਨਾਜ ਮੰਡੀ ਤੋਂ, ਉੱਥੇ ਉਹਨੂੰ ਛਾਉਣੀ ਦੇ ਵਿੱਚ ਪੁਲਿਸ ਨੇ ਬਦਲਿਆ ਹੋਇਆ। ਫਿਰ ਵੀ ਜਿਹੜੇ ਸਾਡੇ ਵਲੰਟੀਅਰ ਨੇ, ਜੋ ਸਮਰਥਕ ਨੇ ਜਾਂ ਜਿਨ੍ਹਾਂ ਨੂੰ ਅਸੀਂ ਸੱਦਾ ਦਿੱਤਾ ਹੈ, ਉਹ ਸਾਰੇ ਦੇਵੀਗੜ੍ਹ ਇਕੱਠੇ ਹੋ ਰਹੇ ਨੇ। ਦੇਵੀਗੜ੍ਹ ਤੋਂ ਅਸੀਂ ਚੱਲਾਂਗੇ ਔਰ ਦੇਵੀਗੜ੍ਹ ਤੋਂ ਕਪੂਰੀ ਤੱਕ ਦਾ ਜਿਹੜਾ ਫਾਸਲਾ ਹੈ, ਤਕਰੀਬਨ 1 ਘੰਟੇ ਦਾ ਤਕਰੀਬਨ ਫਾਸਲਾ, ਉਹ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਸਮੇਂ ਦਰਮਿਆਨ ਜੇ ਕੋਈ ਰੁਕਾਵਟ ਆਵੇਗੀ, ਉਹ ਨਾਲੋਂ ਨਾਲ ਜੋ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ, ਉਹ ਨਾਲੋਂ ਨਾਲ ਪਬਲਿਕ ਦੇ ਵਿੱਚ ਪਬਲਿਕਲੀ ਰਿਲੇ ਕੀਤਾ ਜਾਵੇਗਾ, ਲਾਈਵ ਕੀਤਾ ਜਾਵੇਗਾ ਔਰ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ। ਲੇਕਿਨ ਸਾਨੂੰ ਆਸ ਹੈ ਕਿ ਪੰਜਾਬ ਜਿਹੜਾ ਇਸ ਮਸਲੇ ਦੇ ਉੱਪਰ ਇਕਜੁੱਟ ਹੈ, ਚਾਹੇ ਕੋਈ ਘਰ ਵਿੱਚ ਬੈਠਾ ਹੈ, ਚਾਹੇ ਆਪਣੇ ਦਫ਼ਤਰ ਦੇ ਵਿੱਚ ਬੈਠਾ ਹੈ ਜਾਂ ਆਪਣੇ ਵਿਦੇਸ਼ਾਂ ਦੇ ਵਿੱਚ ਕਿਸੇ ਜਗ੍ਹਾ ਤੇ ਬੈਠਾ, ਜਿਹਦਾ ਸੰਬੰਧ ਪੰਜਾਬ ਦੀ ਸਰਜ਼ਮੀਨ ਨਾਲ ਹੈ, ਉਹਨੂੰ ਅੰਕੜਿਆਂ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਔਰ ਪੰਜਾਬ ਦੇ ਪਾਣੀਆਂ ਪ੍ਰਤੀ ਸਾਨੂੰ ਜਾਗਰੂਕ ਹੋਣਾ ਪਵੇਗਾ। ਇਕੱਲਾ ਸਾਡਾ ਸਵਾਲ ਨਹੀਂ, ਸਾਡੀਆਂ ਨਸਲਾਂ ਦਾ ਸਵਾਲ ਹੈ, ਸਾਡੀ ਹੋਂਦ ਦਾ ਅਸਤਿਤਵ ਦਾ ਸਵਾਲ ਹੈ। ਪਾਣੀ ਤੋਂ ਬਗੈਰ ਮਨੁੱਖ ਨਹੀਂ ਰਹਿ ਸਕਦਾ, ਪੰਛੀ ਨਹੀਂ ਰਹਿ ਸਕਦਾ, ਸਾਡੇ ਕਾਰੋਬਾਰ ਨਹੀਂ ਰਹਿ ਸਕਦੇ। ਔਰ ਅੱਜ ਪੰਜਾਬ ਦੇ ਪਾਣੀਆਂ ਉੱਪਰ ਜਿਹੜੀ ਗੱਲ ਕਰ ਰਹੇ ਹਾਂ, ਇਹ ਬਿਨਾਂ ਕਿਸੇ ਰਾਜਨੀਤੀ ਤੋਂ ਹੋ ਰਹੀ ਹੈ। ਇਸ ਦੇ ਵਿੱਚ ਅਸੀਂ ਸਾਰੀਆਂ ਕਿਸਾਨ ਯੂਨੀਅਨਾਂ ਨੂੰ, ਸਾਰੇ ਰਾਜਨੀਤਿਕ ਦਲਾਂ ਨੂੰ ਔਰ ਹਰੇਕ ਪੰਜਾਬੀ ਨੂੰ ਸੱਦਾ ਦਿੱਤਾ ਕਿ ਆਓ, ਜਿਨ੍ਹਾਂ ਦੇ ਵਿੱਚੋਂ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਲੋਕ ਇਨਸਾਫ ਪਾਰਟੀ ਜਿਹੜੀ ਹੈ, ਬੈਂਸ ਬ੍ਰਦਰਜ਼, ਉਹਨਾਂ ਨੇ ਖੁੱਲ੍ਹ ਕੇ ਐਲਾਨ ਕੀਤਾ, ਭਾਵੇਂ ਕਿ ਉਹਨਾਂ ਦਾ ਆਮ ਆਦਮੀ ਪਾਰਟੀ ਨਾਲ ਸੰਬੰਧ ਹੈ। ਇਸੇ ਤਰ੍ਹਾਂ ਅਸੀਂ ਅਕਾਲੀ ਦਲ ਦੇ, ਕਾਂਗਰਸ ਦੇ, ਆਮ ਆਦਮੀ ਪਾਰਟੀ ਦੇ, ਈਵਨ ਕਾਮਰੇਡਸ ਜਿਹੜੇ ਨੇ ਪੰਜਾਬ ਦੇ ਅੰਦਰ, ਔਰ ਜਿਹੜੇ ਹਿੰਦੂ ਭਾਈਚਾਰਾ ਹੈ, ਮੁਸਲਮਾਨ, ਈਸਾਈ, ਸਭ ਨੂੰ ਅਸੀਂ ਸੱਦਾ ਦਿੱਤਾ ਹੈ ਕਿ ਜੇਕਰ ਤੁਸੀਂ ਸਾਡੇ ਤੱਕ ਪਹੁੰਚ ਨਹੀਂ ਕਰ ਸਕਦੇ ਤਾਂ ਇੱਕ ਅਸੀਂ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਪੰਜਾਬ ਦੇ ਅੰਦਰ। ਔਰ ਜਿਹੜੇ ਆਪਣੇ ਕੋਲ ਫੋਨ ਹੁੰਦੇ ਹੱਥਾਂ ਦੇ ਵਿੱਚ, ਐਂਡਰੋਇਡ ਫੋਨ ਜਾਂ ਆਈਫੋਨ, ਉਹਨਾਂ ਦੇ ਉੱਪਰ ਇੱਕ PWR 2017 ਨਾਂ ਦੀ ਇੱਕ ਐਪਲੀਕੇਸ਼ਨ ਡਾਊਨਲੋਡ ਕਰਕੇ ਤੇ ਤੁਸੀਂ ਵੋਟਿੰਗ ਕਰ ਸਕਦੇ ਹੋ, ਤਾਂ ਕਿ ਆਉਣ ਵਾਲੇ ਸਮੇਂ 'ਚ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਉਹ ਸਾਨੂੰ ਨਜ਼ਰ ਆ ਰਿਹਾ ਸਾਡੇ ਵਿਰੁੱਧ ਆਵੇਗਾ। ਉਹਨਾਂ ਹਾਲਾਤਾਂ ਦੇ ਵਿੱਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਅੰਦਰ ਹੇਗ, ਨੀਦਰਲੈਂਡ ਦੇ ਵਿੱਚ ਜਿਹੜਾ ਮੁਕੱਦਮਾ ਦਾਇਰ ਕੀਤਾ ਜਾਣਾ ਕਿ ਜਦੋਂ ਵੀ ਕਿਸੇ ਦੇਸ਼ ਦੇ ਅੰਦਰ ਉੱਥੋਂ ਦੇ ਰਾਜ ਨਾਲ ਉੱਥੋਂ ਦੀ ਸਰਕਾਰ ਧੱਕਾ ਕਰਦੀ ਹੋਵੇ, ਤਾਂ ਉਸ ਵਕਤ ਤੁਸੀਂ ਇੰਟਰਨੈਸ਼ਨਲ ਕੋਰਟ ਦੇ ਵਿੱਚ ਆਪਣਾ ਮਸਲਾ ਉਠਾ ਸਕਦੇ ਹੋ। ਸੋ ਪੰਜਾਬ ਦੇ ਪਾਣੀਆਂ ਦਾ ਮਸਲਾ ਜਿਹੜਾ, ਇਹ ਅਸੀਂ ਇੰਟਰਨੈਸ਼ਨਲ ਪੱਧਰ ਦੇ ਉੱਪਰ ਵੀ ਉਠਾ ਰਹੇ ਹਾਂ ਔਰ ਇਸ ਨੂੰ ਜਿਹੜਾ ਜਿਸ ਵੀ ਤਰੀਕੇ ਦੇ ਨਾਲ ਜਾਗਰੂਕ ਕੀਤਾ ਜਾ ਸਕਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਉੱਪਰ ਅਸੀਂ ਚਾਹੁੰਦੇ ਹਾਂ ਕਿ ਬੜੀ ਗੰਦੀ ਰਾਜਨੀਤੀ ਹੁਣ ਤੱਕ ਹੋ ਚੁੱਕੀ ਹੈ, ਹੁਣ ਪੰਜਾਬ ਦੇ ਪਾਣੀਆਂ ਉੱਪਰ ਸਾਨੂੰ ਜਾਗਰੂਕ ਹੋਣਾ ਪਵੇਗਾ ਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਪਵੇਗਾ। ਕਰਨੈਲ ਸਿੰਘ ਜੀ, ਸੀਪੀ ਸਿੰਘ ਬੋਲ ਰਿਹਾ ਚੰਡੀਗੜ੍ਹ ਤੋਂ ਜੀ। ਹਾਂਜੀ ਹਾਂਜੀ ਕਰਨੈਲ ਸਿੰਘ ਜੀ, ਸਾਰੀ ਗੱਲਾਂ ਤੁਸੀਂ ਬਹੁਤ ਵਿਸਤਾਰ ਨਾਲ ਦੱਸਤੀਆਂ। ਪੋਲੀਟੀਕਲ ਇਸ਼ੂ ਵੀ ਤੁਸੀਂ ਕ੍ਰੀਏਟ ਕਰਤੇ, ਪੋਲੀਟੀਕਲ ਇਸ਼ੂ ਵੀ ਤੁਸੀਂ ਡਿਸਕਸ ਕਰਤੇ, ਬਟ ਕੱਲ ਜਿਹੜਾ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਕਿ ਇਹ ਨਹਿਰ ਜਿਹੜੀ ਹੈ ਬਣਨੀ ਹੀ ਚਾਹੀਦੀ ਹੈ, ਉਹਦੇ ਉੱਪਰ ਤੁਹਾਡਾ ਕੀ ਪ੍ਰਤੀਕਰਮ ਹੈ, ਮੈਂ ਉਹ ਜਾਣਨਾ ਚਾਹੁੰਦਾ। ਮੈਂ ਉਹਦੇ ਵਿੱਚ ਇੰਨਾ ਕਹਿਣਾ ਚਾਹੁੰਦਾ ਕਿ ਇਹ ਜ਼ਮੀਨ ਅਕਵਾਇਰ ਕਰਕੇ ਕਿਸਾਨਾਂ ਪਾਸੋਂ ਤੇ ਨਹਿਰ ਉਸਾਰੀ ਗਈ ਸੀ, ਤੇ ਜਿਹੜੀਆਂ ਜ਼ਮੀਨਾਂ ਦਾ ਹੱਕ ਹੈ, ਮਾਲਕਾਨਾ ਹੱਕ, ਉਹ ਡੀਨੋਟੀਫਾਈ ਕਰਕੇ ਪੰਜਾਬ ਵਿਧਾਨ ਸਭਾ ਨੇ ਵਾਪਸ ਕਿਸਾਨਾਂ ਨੂੰ ਦੇ ਦਿੱਤਾ। ਬਕਾਇਦਾ ਉਹਨਾਂ ਦੇ ਨਾਮ ਦੇ ਉੱਪਰ ਉਹ ਜ਼ਮੀਨਾਂ ਵਾਪਸ ਚੜ੍ਹ ਗਈਆਂ ਨੇ। ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਹੁਣ ਜ਼ਮੀਨ ਹੀ ਕਿਸਾਨਾਂ ਦੇ ਕੋਲ ਵਾਪਸ ਚਲੀ ਗਈ ਹੈ ਤੇ ਨਹਿਰ ਦੀ ਕੋਈ ਹੋਂਦ ਨਹੀਂ ਬਚੀ। ਫਿਜ਼ੀਕਲ ਤੌਰ ਦੇ ਉੱਪਰ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀ, ਬਾਦਲ ਸਰਕਾਰ ਦਾ, BJP ਸਰਕਾਰ ਜਿਹੜੀ ਇਹਨਾਂ ਦੀ ਜੁਆਇੰਟ ਹੈ, ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹ ਜਿਸ ਤਰੀਕੇ ਦੇ ਨਾਲ ਕਿਸਾਨਾਂ ਕੋਲੋਂ ਜ਼ਮੀਨ ਲਈ ਸੀ ਉਵੇਂ ਉਹਨਾਂ ਨੂੰ ਪੱਧਰੀ ਕਰਕੇ ਜਿਹੜੀ ਲੈਂਡਸਕੇਪ ਕਰਕੇ ਉਹਨਾਂ ਨੂੰ ਜ਼ਮੀਨ ਵਾਪਸ ਉਹਨਾਂ ਨੂੰ ਦਿੱਤੀ ਜਾਂਦੀ। ਲੇਕਿਨ ਉਹ ਕੰਮ ਨਹੀਂ ਕੀਤਾ ਗਿਆ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਕੋਈ ਬਲੱਡ ਸ਼ੈੱਡ ਹੋਵੇ, ਜਿਹਦੇ ਨਾਲ ਪੰਜਾਬ ਦੇ ਹਾਲਾਤ ਖਰਾਬ ਹੋਣ, ਕਿਉਂਕਿ ਹਰਿਆਣੇ ਦੇ ਅੰਦਰ ਵੀ ਸਾਡੇ ਆਪਣੇ ਭੈਣ ਭਾਈ ਨੇ, ਸਾਡੇ ਆਪਣੇ ਕਿਸਾਨ ਵੀਰ ਨੇ ਔਰ ਉਹਨਾਂ ਸਾਰਿਆਂ ਦੇ ਨਾਲ ਸਾਡੇ ਨਜ਼ਦੀਕੀ ਰਿਸ਼ਤੇਦਾਰੀਆਂ ਸਾਂਝਾਂ ਨੇ ਔਰ ਪੰਜਾਬ ਦੇ ਵਿੱਚੋਂ ਹੀ ਹਰਿਆਣਾ ਨਿਕਲਿਆ। ਸੋ ਅਜਿਹੇ ਹਾਲਾਤਾਂ ਦੇ ਵਿੱਚ ਇਹਦੇ ਉੱਪਰ ਜਿੰਨੀਆਂ ਵੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ, ਉਹਨਾਂ ਨੂੰ ਇੱਕ ਮੱਤ ਹੋ ਕੇ ਚੰਗੇ ਤਰੀਕੇ ਨਾਲ, ਰੋਸ਼ਨ ਦਿਮਾਗ ਨਾਲ ਫੈਸਲਾ ਲੈਣਾ ਚਾਹੀਦਾ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਸਾਡੇ ਕੋਲ ਪਾਣੀ ਹੈਗਾ ਉਹਨੂੰ ਕਿਵੇਂ ਬਚਾਉਣਾ। ਔਰ ਜਿਹੜੇ ਲੋਕ ਧਾੜਵੀਆਂ ਤਰ੍ਹਾਂ ਸਾਡੇ ਕੋਲੋਂ ਪਾਣੀ ਖੋਹਣਾ ਚਾਹੁੰਦੇ ਨੇ, ਉਹਨਾਂ ਦਾ
ਅੱਜ ਸਿਰਫ ਆਪਣੀ ਰਾਜਨੀਤਿਕ ਹੋਂਦ ਬਚਾਉਣ ਤੱਕ ਮਤਲਬ ਹੈਗਾ, ਉਹਨਾਂ ਨੂੰ ਹਰਿਆਣੇ ਨਾਲ ਕੋਈ ਵਾਸਤਾ ਨਹੀਂ ਹੈਗਾ। ਜੇ ਹਰਿਆਣੇ ਨਾਲ ਵਾਸਤਾ ਹੁੰਦਾ ਤਾਂ ਉਹਨਾਂ ਨੇ ਭ੍ਰਿਸ਼ਟਾਚਾਰ ਨਹੀਂ ਸੀ ਕਰਨਾ। ਜਿਹੜਾ ਚਟਾਲਾ ਪਾਰਟੀ ਏ ਉਹਦੇ ਜਿਹੜੇ ਮੁਖੀ ਨੇ ਓਮ ਪ੍ਰਕਾਸ਼ ਚਟਾਲਾ ਤੇ ਉਹਨਾਂ ਦੇ ਅਬੇ ਚਟਾਲਾ ਜਿਹੜੇ ਬੇਟੇ ਨੇ ਅਜੇ ਚਟਾਲਾ, ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ। ਭ੍ਰਿਸ਼ਟਾਚਾਰ ਦੇ ਕੇਸ ਵਿੱਚ 10-10 ਸਾਲ ਉਹਨਾਂ ਨੂੰ ਸਜ਼ਾ ਹੋਈ, ਜੁਰਮਾਨਾ ਹੋਇਆ ਤੇ ਤਿਹਾੜ ਜੇਲ੍ਹ ਵਿੱਚ ਬੰਦ ਨੇ। ਲੇਕਿਨ ਉੱਥੋਂ ਬੌਂਡ ਦੇ ਉੱਪਰ ਬਾਹਰ ਆਏ ਨੇ ਸ਼ਰਤਾਂ ਦੇ ਆਧਾਰਿਤ, ਤੇ ਬਾਹਰ ਆਣ ਕੇ ਇਹੋ ਜਿਹੀ ਰਾਜਨੀਤੀ ਕਰ ਰਹੇ ਨੇ ਜਿਸ ਦੇ ਨਾਲ ਪੂਰੇ ਦੇਸ਼ ਦਾ ਮਾਹੌਲ ਇਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਸਾਨੂੰ ਇਹ ਵੱਖਵਾਦੀ, ਦਹਿਸ਼ਤਗਰਦ, ਅੱਤਵਾਦੀ ਕਹਿੰਦੇ ਨੇ। ਜਦੋਂ ਸਾਡੇ ਨਾਲ ਧੱਕਾ ਵਾਰ-ਵਾਰ ਹੋਈ ਜਾਵੇਗਾ ਤਾਂ ਫਿਰ ਸਾਨੂੰ ਇਹ ਜੋ ਮਰਜ਼ੀ ਕਹਿਣ, ਅਸੀਂ ਆਪਣੇ ਹੱਕਾਂ ਵਾਸਤੇ ਲੜਾਂਗੇ ਔਰ ਲੜ ਵੀ ਰਹੇ ਹਾਂ। ਪੀਰ ਮੁਹੰਮਦ ਸਾਹਿਬ, ਤੁਸੀਂ ਇੱਕ ਚੀਜ਼ ਦੱਸਿਓ ਕਿ ਤੁਹਾਡੇ ਪਲੇਟਫਾਰਮ ਤੇ ਆ ਕੇ ਕੋਈ ਹੋਰ ਜਥੇਬੰਦੀਆਂ ਵੀ ਇੱਥੇ ਤੁਹਾਡੇ ਨਾਲ ਜੁੜ ਕੇ ਮਾਰਚ ਕਰ ਰਹੀਆਂ ਨੇ? ਜਿਵੇਂ ਤੁਸੀਂ ਦੱਸਿਆ ਉਹਨਾਂ ਦਾ ਬੈਂਸ ਬ੍ਰਦਰਸ ਦਾ, ਹੋ ਸਕਦਾ ਉਹ ਵੱਖਰਾ ਕਰ ਰਹੇ ਹੋਣ, ਪਰ ਕੋਈ ਕਿਸਾਨ ਯੂਨੀਅਨ, ਕੋਈ ਹੋਰ ਤੁਹਾਡੇ ਨਾਲ ਜੁੜ ਕੇ ਗੱਲ ਕਰ ਰਹੀ ਹੈ। ਤੇ ਇਹਦੇ ਨਾਲ ਹੀ ਮੇਰੇ ਨਾਲ ਜਿਹੜੇ ਦੂਜੇ ਪੈਨਲਿਸਟ ਨੇ ਪਰਮਜੀਤ ਸਿੰਘ ਤੇ ਸ਼ਬਦੀਸ਼ ਜੀ, ਉਹ ਵੀ ਤੁਹਾਡੇ ਨਾਲ ਕੁਝ ਗੱਲ ਕਰਨੀ ਚਾਹਣਗੇ ਜੀ। ਦੇਖੋ ਜੀ, ਇਹਦੇ ਵਿੱਚ ਜਿੰਨੀਆਂ ਵੀ ਲੋਕਲ ਆਰਗੇਨਾਈਜੇਸ਼ਨਾਂ ਨੇ, ਜਿੰਨੀਆਂ ਜਥੇਬੰਦੀਆਂ ਨੇ, ਈਵਨ ਭਾਰਤੀ ਕਿਸਾਨ ਯੂਨੀਅਨ ਡਕੌਦਾ ਇਸ ਏਰੀਏ ਦੇ ਵਿੱਚ ਜ਼ਿਆਦਾ ਸਰਗਰਮ, ਏਕਤਾ ਗਰੁੱਪ, ਇਹ ਦੋਨਾਂ ਗਰੁੱਪਾਂ ਦੇ ਜਿਹੜੇ ਸਥਾਨਕ ਆਗੂ ਨੇ ਉਹ ਸਮਰਥਨ ਦੇ ਰਹੇ ਨੇ। ਇਸੇ ਤਰ੍ਹਾਂ ਜਥੇਦਾਰ ਮੋਹਨ ਸਿੰਘ ਕਰਤਾਰਪੁਰ, ਜਿਹੜੇ ਪੰਜਾਬ ਕਲਚਰ ਸੁਸਾਇਟੀ ਉਹਨਾਂ ਦੀ, ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਆਪਣੇ ਪੁਰਾਤਨ ਜਿਹੜੀਆਂ ਸਾਡੇ ਕੋਲ ਵਸਤਾਂ ਸਨ ਗੁਰੂ ਸਾਹਿਬਾਨ ਦੀਆਂ, ਤੇ ਉਹਨਾਂ ਨੂੰ ਜਿਹੜਾ ਇੱਕ ਕਿਲੇ ਦੇ ਵਿੱਚ ਬੰਦ ਕੀਤਾ ਹੋਇਆ ਸੀ, ਉਹਨਾਂ ਨੇ ਇੱਕ ਵੱਡਾ ਸੰਘਰਸ਼ ਪਟਿਆਲੇ ਏਰੀਏ ਦੇ ਵਿੱਚ ਆਰੰਭਿਆ ਸੀ। ਤੇ ਪੁਰਾਣੇ ਟਕਸਾਲੀ ਅਕਾਲੀ ਆਗੂ ਨੇ ਔਰ ਕਈ ਵਾਰੀ SYL ਦੇ ਮਸਲੇ ਦੇ ਉੱਪਰ ਜੇਲ੍ਹਾਂ ਕੱਟ ਚੁੱਕੇ ਨੇ, ਧਰਮਯੁੱਧ ਮੋਰਚੇ ਤੋਂ ਲੈ ਕੇ ਅੱਜ ਤੱਕ। ਉਹਨਾਂ ਦਾ ਇਸ ਇਲਾਕੇ ਦੇ ਵਿੱਚ ਕਾਫੀ ਪ੍ਰਭਾਵ ਹੈ, ਉਹ ਸਾਡੇ ਨਾਲ ਨੇ। ਇਸੇ ਤਰ੍ਹਾਂ ਜਥਾ ਸ੍ਰੀ ਅਕਾਲ ਤਖਤ ਸਾਹਿਬ, ਜਿੰਦੀ ਅਗਵਾਈ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ, ਜਿਹੜੇ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਨੇ, ਸਰਬੱਤ ਖਾਲਸਾ ਵੱਲੋਂ ਬਣਾਏ ਗਏ ਸਨ, ਉਹਨਾਂ ਨੇ ਇੱਕ ਜਥਾ ਸ੍ਰੀ ਅਕਾਲ ਤਖਤ ਸਾਹਿਬ ਬਣਾਇਆ। ਉਹਨਾਂ ਦੇ ਜਿਹੜੇ ਆਗੂ ਨੇ ਭਾਈ ਬਗੀਚਾ ਸਿੰਘ ਵੜੈਚ, ਸਰਦਾਰ ਕੁਲਦੀਪ ਸਿੰਘ ਢੈਂਟਲ, ਬਾਬਾ ਬਖਸ਼ੀਸ਼ ਸਿੰਘ, ਉਹ ਸਾਰੇ ਇਸ ਦੇ ਵਿੱਚ ਸਹਿਯੋਗ ਕਰ ਰਹੇ ਨੇ। ਇਸੇ ਤਰ੍ਹਾਂ ਜਿਹੜੀਆਂ ਭਾਰਤੀ ਮੁਕਤੀ ਮੋਰਚਾ, ਜਿਹੜੀ ਹਿੰਦੂ ਜਥੇਬੰਦੀ ਹੈ, ਉਹਦੇ ਪ੍ਰਧਾਨ ਰਜਿੰਦਰ ਰਾਣਾ ਨੇ, ਉਹ ਨਾਲ ਸਹਿਯੋਗ ਕਰ ਰਹੇ ਨੇ। ਈਵਨ ਸਾਡੇ ਵਿਚਾਰਾਂ ਦੇ ਵਿਰੋਧ ਹੈਗਾ ਸਹਿਜਧਾਰੀ ਸਿੱਖ ਫੈਡਰੇਸ਼ਨ ਨਾਲ, ਅਸੀਂ ਕਦੀ ਵੀ ਉਹਨਾਂ ਦੇ ਨਾਲ, ਜਾਂ ਉਹ ਸਾਡੇ ਨਾਲ ਸਹਿਮਤ ਨਹੀਂ ਹੋਏ, ਲੇਕਿਨ ਉਹਨਾਂ ਨੇ ਬਕਾਇਦਾ ਸਪੋਰਟ ਦਿੱਤੀ ਹੈ। ਉਹਨਾਂ ਦੇ ਲੋਕ ਜਿਹੜੇ ਆ ਇਸ ਮਾਰਚ ਦੇ ਵਿੱਚ ਸ਼ਾਮਲ ਹੋ ਆ ਰਹੇ ਨੇ। ਇਹ ਕਰਨੈਲ ਸਿੰਘ ਪੀਰ ਮੁਹੰਮਦ ਦਾ ਮਾਰਚ ਨਹੀਂਗਾ, ਇਹ ਪੰਜਾਬੀਆਂ ਦਾ ਮਾਰਚ ਹੈ। ਔਰ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਜਰਨਲਿਸਟ ਨੇ ਔਰ ਉਹ ਸਾਨੂੰ ਇਹਦੇ ਵਿੱਚ ਸ਼ਾਮਲ ਹੋਣ ਲਈ ਆ ਰਹੇ ਨੇ। ਬਹੁਤ ਸਾਰੇ ਐਡਵੋਕੇਟ ਨੇ, ਬੁੱਧੀਜੀਵੀ ਨੇ, ਜਿਹੜੇ ਪੰਜਾਬ ਪ੍ਰਤੀ ਗਿਆਨ ਰੱਖਦੇ ਨੇ, ਉਹ ਇਹਦੇ ਵਿੱਚ ਸ਼ਾਮਲ ਹੋਣ ਆ ਰਹੇ ਨੇ। ਪੀਰ ਮੁਹੰਮਦ ਜੀ, ਪਰਮਜੀਤ ਬੋਲ ਰਿਹਾ ਮੋਹਾਲੀ ਤੋਂ। ਮੈਂ ਵੀ ਇੱਕ ਜਰਨਲਿਸਟ ਹੈਗਾ ਇੱਥੇ। ਮੈਂ ਤੁਹਾਨੂੰ ਮੇਰਾ ਇੱਕ ਬੜਾ ਸਿੰਪਲ ਸਵਾਲ ਹੈ, ਤੁਸੀਂ ਇਹ ਮੰਨਦੇ ਹੋ ਕਿ ਇਸ ਸਬਜੈਕਟ ਤੇ ਸ਼੍ਰੋਮਣੀ ਅਕਾਲੀ ਦਲ ਤੇ ਇਨੈਲੋ ਜਿਹੜੇ ਉਹ ਆਪਸ ਫ੍ਰੈਂਡਲੀ ਮੈਚ ਖੇਡ ਰਹੇ ਨੇ? ਮੈਚ ਕਾਹਦਾ ਜੀ, ਉਹ ਇੱਕ ਸਾਜ਼ਿਸ਼ ਰਚ ਰਹੇ ਨੇ ਔਰ ਆਪਣੀ ਹੋਂਦ ਨੂੰ ਬਚਾਉਣ ਵਾਸਤੇ। ਇੱਕ ਦੀ ਹੋਂਦ ਜਿਹੜੀ ਹੈ ਬਿਲਕੁਲ ਦਾਅ ਦੇ ਉੱਪਰ ਲੱਗੀ ਹੋਈ ਹੈ, ਇੱਕ ਦੀ ਹੋਂਦ ਖਤਮ ਹੋ ਚੁੱਕੀ ਹੈ। ਸੋ ਉਹ ਦੋਨੋਂ ਆਪਣੀਆਂ ਰਾਜਸੀ ਇੱਛਾਵਾਂ ਵਾਸਤੇ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਇੱਥੇ ਪੰਜਾਬ ਦੇ ਅੰਦਰ ਤੇ ਹਰਿਆਣੇ ਅੰਦਰ ਕਰ ਰਹੇ ਨੇ। ਅੱਛਾ ਪੀਰ ਮੁਹੰਮਦ ਜੀ, ਸਵਾਲ ਮੇਰਾ ਹੋਰ ਹੈ ਕਿ ਜਦੋਂ ਇਹ ਬੜਾ ਸੈਂਸਿਟਿਵ ਇਸ਼ੂ ਹੈ, ਸੁਪਰੀਮ ਕੋਰਟ ਵੀ ਕਾਫੀ ਸਖਤ ਹੋਇਆ ਇਸ ਚੀਜ਼ ਨੂੰ ਲੈ ਕੇ। ਪੰਜਾਬ ਪੁਲਿਸ ਦੇ DGP, ਹਰਿਆਣਾ ਪੁਲਿਸ ਦੇ DGP ਉੱਥੇ ਬੈਠੇ ਨੇ, ਸਾਰੇ ਉੱਥੇ ਬੈਠੇ ਨੇ। ਐਸੇ ਵਿੱਚ ਪੰਜਾਬ ਦੇ ਜਿਹੜੇ ਮੌਜੂਦਾ ਗ੍ਰਹਿ ਮੰਤਰੀ ਨੇ ਸੁਖਬੀਰ ਸਿੰਘ ਬਾਦਲ, ਜੋ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਵੀ ਨੇ, ਉਹ ਪੰਜਾਬ ਦੇ ਵਿੱਚ ਨਹੀਂ ਹੈਗੇ। ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਮੈਂ ਤਾਂ ਇਹ ਗੱਲ ਕਹਿਣਾ ਕਿ ਇਹ ਇੱਕ ਗੈਰ ਜ਼ਿੰਮੇਵਾਰੀ ਵਾਲੀ ਗੱਲ ਹੈ ਕਿ ਪੰਜਾਬ ਨੂੰ ਲਵਾਰਸ ਛੱਡਣਾ ਤੇ ਪਹਿਲਾਂ ਧਮਕੇ ਮਾਰਨੇ ਔਰ ਜਦੋਂ ਵਕਤ ਆਉਣਾ ਉਦੋਂ ਪਾਸੇ ਹੋ ਜਾਣਾ, ਜਾਂ ਉਹਨਾਂ ਲੋਕਾਂ ਨੂੰ ਅੱਗੇ ਕਰ ਦੇਣਾ ਜਿਨ੍ਹਾਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੇ ਗੱਠ ਜੋੜਨੇ। ਸੋ ਇਹ ਆਪਣੇ ਆਪ ਵਿੱਚ ਆਪਣੇ ਆਪ ਨਾਲ ਹੀ ਇਹਨਾਂ ਦਾ ਧੋਖਾ ਹੈ, ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਸਿੱਖਾਂ ਦੀ ਇੱਕ ਜਮਾਤ ਹੈ ਜਿਹਨੇ ਸੰਘਰਸ਼ ਕੀਤਾ ਹੈ ਔਰ ਵੱਡੇ ਵੱਡੇ ਮੋਰਚੇ ਵੀ ਲਾਏ ਤੇ ਕਈ ਮੋਰਚੇ ਜਿੱਤੇ ਵੀ। ਲੇਕਿਨ ਮੌਜੂਦਾ ਸਮੇਂ ਦੇ ਵਿੱਚ ਇਹਨੂੰ ਜਿਸ ਤਰੀਕੇ ਨਾਲ ਇਹ ਕਰ ਰਹੇ ਨੇ ਉਹ ਠੀਕ ਨਹੀਂ ਤਰੀਕਾ ਹੈਗਾ। ਪੀਰ ਮੁਹੰਮਦ ਜੀ, ਮੇਰਾ ਇੱਕ ਲਾਸਟ ਕੁਐਸਚਨ ਇਹ ਹੈ ਕਿ ਸੁਪਰੀਮ ਕੋਰਟ ਦਾ ਵਰਡਿਕਟ ਹੈ, ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਤਾਂ ਸਟੇਟਸ ਕੋ ਰਹਿਣਾ ਚਾਹੀਦਾ, ਦੂਸਰਾ
ਕਿਤੇ ਨਾ ਕਿਤੇ ਸਾਨੂੰ ਨਜ਼ਰ ਆ ਰਿਹਾ ਕਿ ਇਹ ਫੈਸਲਾ ਜਿਹੜਾ ਪੰਜਾਬ ਦੇ ਖਿਲਾਫ ਜਾਏਗਾ। ਐਸੇ ਵਿੱਚ ਤੁਸੀਂ ਕਰਨੈਲ ਸਿੰਘ ਪੀਰ ਮੁਹੰਮਦ ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨੇਗਾ ਜਾਂ ਉਹਨਾਂ ਦਾ ਕੀ ਅਗਲਾ ਪਲਾਨ ਆਫ ਐਕਸ਼ਨ ਕੀ ਹੋਏਗਾ? ਕੀ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਚੁਣੌਤੀ ਦੇ ਰਹੇ ਹਾਂ ਔਰ ਉਸ ਵਾਸਤੇ ਤਕਰੀਬਨ ਪੰਜਾਬ ਦੇ ਅੰਦਰ ਅਵੇਅਰਨੈਸ ਕੈਂਪ ਲਾਏ ਨੇ ਔਰ ਹੁਣ ਇੱਕ VOTING ਸ਼ੁਰੂ ਕੀਤੀ ਹੈ ਉਹਦੇ ਸਮਰਥਨ ਦੇ ਵਿੱਚ, ਜਿਹਨੂੰ ਅਸੀਂ ਕਹਿੰਦੇ ਕਿ ਰੈਫਰੈਂਡਮ ਦੇ ਤੌਰ ਤੇ ਪੰਜਾਬ ਵਾਸੀ ਇੱਕ ਮਤ ਨੇ। ਹੁਣ ਉਹਦੇ ਵਾਸਤੇ ਅਸੀਂ ਲਗਾਤਾਰ ਜਾਗਰੂਕ ਕਰ ਰਹੇ ਹਾਂ ਔਰ ਇੱਕ ਫਾਈਨਲ ਅਸਾਲਟ ਨਾਂ ਦੀ ਇੱਕ ਡਾਕੂਮੈਂਟਰੀ ਬਣਾਈ ਗਈ ਹੈ। ਕਾਫੀ ਵਿਦਵਾਨ ਉਹਦੇ ਵਿੱਚ ਸ਼ਾਮਲ ਨੇ, ਕਾਫੀ ਜਰਨਲਿਸਟ ਸ਼ਾਮਲ ਨੇ। ਉਹਨਾਂ ਨੇ ਪੰਜਾਬ ਦੇ ਹਾਲਾਤਾਂ ਦਾ ਤੇ ਪੰਜਾਬ ਦੇ ਪਾਣੀਆਂ ਦਾ ਜਿਹੜਾ ਮਸਲਾ ਹੈ ਉਹਨੂੰ ਬਾਖੂਬੀ ਤਰੀਕੇ ਨਾਲ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਉਹ ਸਾਡੇ ਤੇ ਇੱਕ ਜਿਹੜਾ ਆਖਰੀ ਹਮਲੇ ਦੀ ਗੱਲ ਕਰਕੇ ਜਿਹੜੀ ਡਾਕੂਮੈਂਟਰੀ ਫਿਲਮ ਬਣਾਈ ਗਈ ਹੈ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਐਲਾਨ ਕਰਾਂਗੇ ਇੱਕ ਡੇਟ। ਉਦੋਂ ਅਸੀਂ ਪਿੰਡ ਜਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਾਂਗੇ। ਜਿਹੜੀ ਤੁਸੀਂ ਗੱਲ ਕਹੀ ਹੈ ਇੱਕ ਡਾਕੂਮੈਂਟਰੀ ਬਣਾਉਣ ਵਾਲੀ ਆ, ਇਹ ਇੱਕ ਸੋਸ਼ਲ ਇੱਕ ਮੁਹਿੰਮ ਹੋ ਸਕਦੀ ਹੈ, ਪਰ ਕਿਉਂਕਿ ਮੈਟਰ ਜਿਹੜਾ ਉਹ ਅੰਡਰ ਲਿਟੀਗੇਸ਼ਨ ਹੈਗਾ ਤੇ ਲੀਗਲ ਜਿਹੜੀ ਗੱਲਾਂ ਨੇ ਉਹ ਲੀਗਲ ਤਰੀਕੇ ਨਾਲ ਹੀ ਲੜੀਆਂ ਜਾਂਦੀਆਂ ਨੇ। ਉਹਦੇ ਬਾਰੇ ਤੁਸੀਂ ਤੁਹਾਡਾ ਇਮੀਡੀਏਟ ਉਸ ਦੇ ਬਾਰੇ ਮੈਂ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਤੁਹਾਨੂੰ ਪਿਛਲੇ ਦਿਨੀ ਪਤਾ ਹੋਵੇਗਾ ਕਿ ਜਦੋਂ ਕਰਨਾਟਕਾ ਦਾ ਤੇ ਤਾਮਿਲਨਾਡੂ ਦਾ ਕਾਵੇਰੀ ਜਲ ਵਿਵਾਦ ਦੇ ਉੱਪਰ ਰੌਲਾ ਪਿਆ ਤਾਂ ਸੁਪਰੀਮ ਕੋਰਟ ਨੇ ਦੋਨਾਂ ਧਿਰਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਮਿਲ ਬੈਠ ਕੇ ਇਹਦਾ ਹੱਲ ਕਰੋ, ਕਿ ਅਸੀਂ ਕੋਈ ਵੀ ਫੈਸਲਾ ਇੱਕ ਤਰਫਾ ਨਹੀਂ ਦੇਣਾ ਚਾਹੁੰਦੇ। ਇਹ ਸੁਪਰੀਮ ਕੋਰਟ ਦੀ ਜੱਜਮੈਂਟ ਹੈ, ਤੁਸੀਂ ਦੇਖ ਸਕਦੇ ਹੋ। ਇੱਕ ਤਰ੍ਹਾਂ ਦਾ ਤਰਲਾ ਸੀ, ਲੇਕਿਨ ਸਾਡੇ ਹੱਕ ਨੇ। ਤੁਸੀਂ ਦੇਖੋ ਜਮਨਾ ਨਦੀ ਦੇ ਉੱਪਰ ਕੰਟਰੋਲ ਹਰਿਆਣੇ ਦਾ, ਕਾਵੇਰੀ ਦੇ ਉੱਪਰ ਜਿਹੜਾ ਵਿਵਾਦ ਚੱਲ ਰਿਹਾ ਉਹ ਤੁਹਾਡੇ ਸਾਹਮਣੇ ਆ ਕਿ ਦੋਨੋਂ ਰਾਜ ਕਹਿੰਦੇ, ਉਹ ਕਹਿੰਦੇ ਸਾਡਾ ਹੱਕ ਹੈ, ਉਹ ਕਹਿੰਦੇ ਸਾਡਾ ਹੱਕ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ SYL ਦਾ ਜਿਹੜਾ ਮਸਲਾ ਹੈ, ਜਦੋਂ ਤਾਂ ਸਾਡੇ ਉੱਪਰ ਹੜ੍ਹ ਆਉਂਦੇ ਨੇ ਤੇ ਕਿਸਾਨ ਉਹਨਾਂ ਨੂੰ ਜਰਦਾ, ਜਦੋਂ ਅਸੀਂ ਕੋਇਲਾ ਲੈਂਦੇ ਹਾਂ ਕਿਸੇ ਰਾਜ ਤੋਂ ਤੇ ਸਾਨੂੰ ਉਹ ਮੁੱਲ ਉਹਦੀ ਬਕਾਇਦਾ ਰਿਐਲਿਟੀ ਦੇਣੀ ਪੈਂਦੀ ਹੈ। ਜਦੋਂ ਸਾਡੇ ਕੋਲ ਪਾਣੀ ਲਿਆ ਜਾਂਦਾ ਉਹ ਫ੍ਰੀ ਦੇ ਵਿੱਚ ਕਈ ਸਾਲਾਂ ਤੋਂ ਲਿਆ ਜਾ ਰਿਹਾ। ਸੋ ਇਹ ਕਈ ਮਸਲੇ ਨੇ। ਜਦੋਂ ਸੁਪਰੀਮ ਕੋਰਟ ਨੇ ਪਹਿਲਾ ਫੈਸਲਾ ਦਿੱਤਾ ਸੀ ਉਸ ਵਕਤ ਹਾਲਾਤ ਹੋਰ ਸਨ। ਅੱਜ ਪੰਜਾਬ ਦੇ ਪਹਿਲਾਂ ਪਤਾ ਕੀਤਾ ਜਾਣਾ ਚਾਹੀਦਾ ਪੰਜਾਬ ਕੋਲ ਪਾਣੀ ਹੈਗਾ ਵੀ ਹੈ ਕਿ ਨਹੀਂ ਹੈਗਾ। ਜਦੋਂ ਪੰਜਾਬ ਦੇ ਕੋਲ ਪਾਣੀ ਨਹੀਂ ਹੈਗਾ ਤਾਂ ਸੁਪਰੀਮ ਕੋਰਟ ਦਾ ਫੈਸਲਾ ਕਿਹੋ ਜਿਹਾ ਮਰਜ਼ੀ ਆ ਜਾਏ, ਪੰਜਾਬੀ ਕਿੱਥੋਂ ਦੇਣਗੇ ਪਾਣੀ? ਜਦੋਂ ਪੰਜਾਬ ਦੀ ਧਰਤੀ ਦੇ ਉੱਪਰ ਤਾਂ ਜਿਹੜੇ ਦਰਿਆ ਉਹ ਸੁੱਕ ਰਹੇ ਨੇ। ਹਰੀਕੇ ਜਾ ਕੇ ਦੇਖੋ, ਅਸੀਂ ਉਸ ਦਿਨ 31 ਜਨਵਰੀ ਨੂੰ ਇੱਕ ਮਾਰਚ ਕੱਢਿਆ ਸੀ। 4 ਜਨਵਰੀ ਤੋਂ ਪਹਿਲਾਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿੰਨੇ ਵੀ ਲੀਡਰ ਤੁਹਾਡੇ ਕੋਲ ਵੋਟਾਂ ਲੈਣ ਆਉਂਦੇ ਨੇ ਉਹਨਾਂ ਨੂੰ ਪੁੱਛੋ ਕਿ ਪੰਜਾਬ ਦੇ ਪਾਣੀਆਂ ਬਾਰੇ ਤੁਹਾਡਾ ਕੀ ਸਟੈਂਡ ਹੈ। ਤੇ ਅਸੀਂ ਹਰੀਕੇ ਹੈਡ ਵਰਕਰਸ ਤੇ ਖਲੋ ਕੇ ਲੋਕਾਂ ਨੂੰ ਦਿਖਾਇਆ। ਜੀ ਮੈਂ ਤੁਹਾਡੀ ਗੱਲ ਵਿੱਚੋਂ ਕੱਟ ਰਿਹਾ, ਕੱਲ ਕੋਰਟ ਦੇ ਵਿੱਚ ਰਾਮ ਜੇਠਮਲਾਨੀ ਜੀ ਨੇ ਜਿਹੜੇ ਕਿ ਪੰਜਾਬ ਗਵਰਨਮੈਂਟ ਨੂੰ ਉੱਥੇ ਰਿਪਰੈਜ਼ੈਂਟ ਕਰ ਰਹੇ ਨੇ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੇ ਸੁਪਰੀਮ ਕੋਰਟ ਅੱਗੇ ਇੱਕ ਪ੍ਰਸਤਾਵ ਇਹ ਰੱਖਿਆ ਸੀ ਕਿ ਅਸੀਂ ਇਸ ਮਸਲੇ ਨੂੰ ਬਾਹਰ ਬੈਠ ਕੇ ਹੱਲ ਕਰ ਲੈਂਦੇ ਹਾਂ। ਜਿਵੇਂ ਕਿ ਤੁਸੀਂ ਕਰਨਾਟਕਾ ਦਾ ਐਗਜ਼ਾਮਪਲ ਦਿੱਤਾ, ਰਾਮ ਜੇਠਮਲਾਨੀ ਨੇ ਵੀ ਇਹੀ ਇੱਕ ਪ੍ਰਸਤਾਵ ਸੁਪਰੀਮ ਕੋਰਟ ਅੱਗੇ ਬੈਂਚ ਅੱਗੇ ਰੱਖਿਆ ਸੀ ਕਿ ਅਸੀਂ ਇਸ ਮਸਲੇ ਨੂੰ ਬਾਹਰ ਕੋਰਟ ਤੋਂ ਬਾਹਰ ਬੈਠ ਕੇ ਹੱਲ ਕਰ ਲੈਂਦੇ ਹਾਂ। ਪਰ ਸੁਪਰੀਮ ਕੋਰਟ ਨੇ ਉਸ ਪ੍ਰਸਤਾਵ ਨੂੰ ਖਾਰਿਜ ਕਰਕੇ ਬਲਕਿ ਉਹਨਾਂ ਨੂੰ ਇੰਸਟਰਕਸ਼ਨ ਇਸ਼ੂ ਕੀਤੀਆਂ ਕਿ ਇਸ ਮਸਲੇ ਤੇ ਸੁਪਰੀਮ ਕੋਰਟ ਹੀ ਫੈਸਲਾ ਕਰੇਗਾ ਔਰ ਜੋ ਸੁਪਰੀਮ ਕੋਰਟ ਕਹੇਗਾ ਉਹ ਸਾਰਿਆਂ ਨੂੰ ਮੰਨਣਾ ਹੋਏਗਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ, ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਸੈਂਟਰ ਸਰਕਾਰ ਹੈ ਉਹਦਾ ਵੀ ਪ੍ਰਭਾਵ ਜਿਹੜਾ ਹੈ ਉਹ ਅਦਾਲਤਾਂ ਦੇ ਉੱਪਰ ਨਜ਼ਰ ਆਉਂਦਾ। ਜਿਹੜਾ ਫੈਸਲਾ ਸੈਂਟਰ ਸਰਕਾਰ ਚਾਹੁੰਦੀ ਹੈ ਕਰਾਉਣਾ ਉਹਨੂੰ ਜਲਦੀ ਕਰਵਾ ਲੈਂਦੇ ਆ। ਜਿਹੜਾ ਪੈਂਡਿੰਗ ਰੱਖਣਾ ਚਾਹੁੰਦੇ ਨੇ ਉਹਨੂੰ ਸਾਲਾਂ ਬੱਧੀ ਪੈਂਡਿੰਗ ਰੱਖਦੇ ਨੇ। ਤੁਹਾਡੇ ਸਾਹਮਣੇ ਹੀ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਮਸਲਾ ਹੈ, ਉਹਨੂੰ ਅੱਜ ਤੱਕ ਕਿਸੇ ਵੀ ਦੋਸ਼ੀ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਗਿਆ, ਨਾ ਕਿਸੇ ਨੂੰ ਸਜ਼ਾ ਮਿਲੀ ਹੈ। ਇਸੇ ਤਰ੍ਹਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਹੁਣ ਹੀ ਕਿਉਂ ਇਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਇੰਨੀ ਸਰਗਰਮ ਹੋਈ ਹੈ। ਕਈ ਸਾਲਾਂ ਤੋਂ ਇਹ ਸੁਪਰੀਮ ਕੋਰਟ ਦੇ ਵਿੱਚ ਮੈਟਰ ਚੱਲ ਰਿਹਾ ਸੀ, ਲੇਕਿਨ ਅੱਜ ਉਹ ਕਹਿੰਦੇ ਨੇ ਕਿ ਅਸੀਂ ਕੱਲ੍ਹ ਨੂੰ ਫੈਸਲਾ ਕਰਾਂਗੇ, ਪਰਸੋਂ ਕਰਾਂਗੇ। ਪਰ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਕੋਈ ਵੀ ਫੈਸਲਾ ਆਵੇਗਾ, ਪੰਜਾਬੀ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਬਰਦਾਸ਼ਤ ਨਹੀਂ ਕਰਨਗੇ, ਕਿਉਂਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਔਰ ਉਸ ਦੇ ਧੱਕੇ ਦੇ ਕਈ ਕਾਰਨ ਨੇ। ਸੁਪਰੀਮ ਕੋਰਟ ਦੇ ਕੋਲ ਸਹੀ ਤੱਤ ਨਹੀਂ ਰੱਖੇ ਜਾ ਰਹੇ ਤੇ ਉਹਨੂੰ ਅਸੀਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜਿਹੜੀ ਹੇਗ ਦੇ ਅੰਦਰ, ਆਪਣੇ ਨੀਦਰਲੈਂਡ ਦੇ ਅੰਦਰ ਹੇਗ ਨਾਮ ਦੀ ਜਿਹੜੀ ਕੋਰਟ ਹੈ, ਉੱਥੇ ਅਸੀਂ ਬਕਾਇਦਾ ਇਸ ਨੂੰ ਚੁਣੌਤੀ ਦਿਆਂਗੇ। ਸਾਰੇ ਤੱਥ ਜਿਹੜੇ ਆ ਦੁਨੀਆ ਦੇ ਸਾਹਮਣੇ ਰੱਖਾਂਗੇ ਔਰ ਉਸ ਵਾਸਤੇ ਪੰਜਾਬ ਦੇ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹਾਂ। ਪੀਰ ਮੁਹੰਮਦ ਸਾਹਿਬ, ਮੇਰੇ ਨਾਲ ਸ਼ਬਦੀਸ਼ ਜੀ ਵੀ ਜੁੜੇ ਹੋਏ ਨੇ ਮੋਹਾਲੀ ਤੋਂ, ਉਹ ਤੁਹਾਡੇ ਨਾਲ ਗੱਲ ਕਰਨਗੇ। ਸ਼ਬਦੀਸ਼ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ? ਛੋਟੀ ਜੀ
ਮਸਲਾ ਇਹ ਹੈ ਕਿ ਜਦੋਂ ਅਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਾਂ, ਮੇਰੇ ਮੁਤਾਬਕ ਇਹ ਪਾਣੀ ਨਾ ਪੰਜਾਬੀ ਹਿੰਦੂਆਂ ਦਾ ਹੈ, ਨਾ ਸਿੱਖਾਂ ਦਾ ਹੈ, ਨਾ ਕਿਸੇ ਲੈਫਟ ਰਾਈਟ ਦਾ। ਇਹਦੇ 'ਚ ਕੋਈ ਰੌਲਾ ਨਹੀਂ। ਤੁਹਾਡੇ ਰਾਜਨੀਤਿਕ ਵਿਚਾਰ ਅਲੱਗ ਹੋ ਸਕਦੇ ਨੇ, ਤੁਹਾਡੀ ਧਾਰਮਿਕ ਆਸਥਾ ਅਲੱਗ ਹੋ ਸਕਦੀ ਹੈ, ਪਰ ਪਾਣੀ ਸਾਡੇ ਸਾਰੇ ਪੰਜਾਬੀਆਂ ਦਾ ਔਰ ਸਾਡੇ ਲਈ ਇਹ ਇੱਕ ਤਰ੍ਹਾਂ ਨਾਲ ਜੀਣ ਮਰਨ ਦਾ ਸਵਾਲ ਹੈ। ਮੈਂ ਇਹ ਨਹੀਂ ਕਹਾਂਗਾ ਕਿ ਅਸੀਂ ਡੋਲ ਸਕਦੇ ਇਦਾਂ ਦੇ ਬਿਆਨ ਨੇ, ਪਰ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸਾਨੂੰ ਹਰ ਯਤਨ ਕਰਨਾ ਪਵੇਗਾ, ਇਹਦੇ 'ਚ ਕੋਈ ਦੋਰਾਵਾ ਨਹੀਂ। ਮੈਂ ਸਿਰਫ ਇੱਕ ਗੱਲ ਪੀਰ ਮੁਹੰਮਦ ਜੀ ਕਰਨੀ ਚਾਹੁੰਦਾ ਕਿ ਜਦੋਂ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਅਸੀਂ ਇੰਟਰਨੈਸ਼ਨਲ ਕੋਰਟ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ, ਮੇਰੇ ਮੁਤਾਬਕ ਹਾਲੇ ਭਾਰਤੀ ਸੰਵਿਧਾਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਨੂੰ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਜਸਟੀਫਾਈਡ ਆ। ਸਾਡੀ ਪੰਜਾਬ ਦੀਆਂ ਸਰਕਾਰਾਂ ਉਸ ਨੁਕਤੇ ਤੋਂ ਕੇਸ ਲੜ ਹੀ ਨਹੀਂ ਰਹੀਆਂ। ਜੇ ਤੁਹਾਨੂੰ ਯਾਦ ਹੋਵੇ ਤਾਂ ਪੰਜਾਬ ਦੀ ਸਰਕਾਰ ਨੇ ਦਰਬਾਰਾ ਸਿੰਘ ਦੇ ਦੌਰ ਦੇ ਵਿੱਚ ਇਸੇ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਕੀਤਾ ਹੋਇਆ ਸੀ, ਪਰ ਕਿਉਂਕਿ ਇੰਦਰਾ ਗਾਂਧੀ ਦੇ ਅਵਾਰਡ ਦੀ ਸ਼ਕਲ ਦੇ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਪਟਵਾਉਣਾ ਸੀ, ਇਸ ਕਰਕੇ ਦਰਬਾਰਾ ਸਿੰਘ ਸਰਕਾਰ ਤੋਂ ਕੇਸ ਵਾਪਸ ਕਰਵਾ ਲਿਆ ਗਿਆ। ਜੇ ਅੱਜ ਵੀ ਕੋਈ ਪੰਜਾਬ ਦੀ ਸਰਕਾਰ ਉਸ ਕੇਸ ਨੂੰ ਕਰਦੀ ਹੈ ਭਾਰਤ ਦੇ ਨੈਸ਼ਨਲ ਰਿਸੋਰਸ ਦੇ ਹਵਾਲੇ ਨਾਲ ਭਾਰਤੀ ਸੰਵਿਧਾਨ ਦੇ ਅੰਦਰ ਵੀ, ਤਾਂ ਉਹਦੇ ਉਸ ਨਿਗਾਹ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸੁਪਰੀਮ ਕੋਰਟ ਦੇ ਵਿੱਚ ਹਰਿਆਣੇ ਦਾ ਹਿੱਤ ਕਿਧਰੇ ਵੀ ਟਿਕ ਨਹੀਂ ਸਕੇਗਾ। ਪਰ ਬਦਕਿਸਮਤੀ ਸਾਡੀ ਇਹ ਹੈ ਕਿ ਕਾਂਗਰਸ ਉੱਤੇ ਅਸੀਂ ਇਲਜ਼ਾਮ ਲਾ ਸਕਦੇ ਹਾਂ ਕਿ ਉਹਨੇ ਕੇਂਦਰ ਦੀ ਚਮਚਾਗਿਰੀ ਕਰਦੇ ਹੋਏ, ਇੰਦਰਾ ਦੀ ਚਮਚਾਗਿਰੀ ਕਰਦੇ ਹੋਏ ਕੇਸ ਵਾਪਸ ਲੈ ਲਿਆ ਸੀ। ਪਰ ਜਿਹੜੇ ਲੋਕ ਧਰਮ ਯੁੱਧ ਮੋਰਚਾ ਲਾਉਂਦੇ ਰਹੇ ਪਾਣੀਆਂ ਦੇ ਸਵਾਲ ਦੇ ਉੱਤੇ, ਇੰਨੇ ਸਾਲਾਂ ਦੇ ਵਿੱਚ ਉਹਨਾਂ ਨੇ ਭਾਰਤ ਦੇ ਉਸ ਕਾਨੂੰਨ ਦੇ ਹਵਾਲੇ ਦੇ ਨਾਲ ਕੇਸ ਕਿਉਂ ਨਹੀਂ ਕੀਤਾ? ਇਹ ਇੱਕ ਆਪਣੇ ਆਪ ਦੇ ਵਿੱਚ ਅਕਾਲੀ ਦਲ ਦੇ ਲਈ ਬਹੁਤ ਵੱਡਾ ਸਵਾਲ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇੰਟਰਨੈਸ਼ਨਲ ਕੋਰਟ ਦੀ ਗੱਲ ਕਰੀਏ, ਸਾਨੂੰ ਉਸ ਨੁਕਤੇ ਤੇ ਵੀ ਸਵਾਲ ਉਠਾਉਣਾ ਚਾਹੀਦਾ ਕਿ ਪੰਜਾਬ ਦੀਆਂ ਸਰਕਾਰਾਂ ਉਹ ਕੇਸ ਕਿਉਂ ਨਹੀਂ ਉਸ ਨੁਕਤੇ ਤੋਂ ਦਰਜ ਕਰਦੀਆਂ। ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੀਰੋ ਬਣਨ ਦੀ ਕੋਸ਼ਿਸ਼ ਕਰਦੇ ਨੇ ਪੰਜਾਬ ਦੇ ਪਾਣੀਆਂ ਦੇ ਉੱਤੇ, ਉਹ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਗੱਲ ਪਾਸ ਕੀਤੀ ਗਈ ਹੈ ਕਿ ਜਿਹੜਾ ਪਾਣੀ ਜਾ ਰਿਹਾ ਉਹ ਜਾਂਦਾ ਰਹੇਗਾ, ਫਰਦਰ ਸਾਡੇ ਕੋਲ ਬੂੰਦ ਪਾਣੀ ਦੀ ਨਹੀਂ। ਮੇਰੇ ਮੁਤਾਬਕ ਪੰਜਾਬ ਦੀ ਵਿਧਾਨ ਸਭਾ ਨੇ ਇੱਕ ਤਰ੍ਹਾਂ ਨਾਲ ਪਹਿਲੀ ਵਾਰ ਪਾਣੀਆਂ ਦੇ ਮੁਕਾਬਲੇ ਉੱਤੇ ਹਾਰ ਆਪਣੀ ਨੂੰ ਆਪਣੇ ਦਸਤਖਤ ਕਰਕੇ ਦੇ ਦਿੱਤੇ, ਜਿਹਨੂੰ ਅਸੀਂ ਕਹਿ ਲਈਏ ਕਿ ਪੰਜਾਬ ਦੀ ਸਰਕਾਰ ਨੇ, ਪੰਜਾਬ ਦੀ ਜਿਹੜੇ ਲੋਕ ਨੇਤਾ ਨੇ, ਉਹਨਾਂ ਨੇ ਆਪਣੇ ਹੱਥ ਵੱਢ ਕੇ ਆਪ ਦਿੱਤੇ ਨੇ। ਔਰ ਮੈਨੂੰ ਲੱਗਦਾ ਕਿ ਇਹਨਾਂ ਗੱਲਾਂ ਦੇ ਉੱਤੇ ਸਾਨੂੰ ਪੰਜਾਬੀਆਂ ਨੂੰ ਜ਼ਰੂਰ ਚੇਤਨ ਕਰਨਾ ਚਾਹੀਦਾ, ਕੈਪਟਨ ਦੇ ਹੀਰੋ ਬਣਨ ਤੇ ਵੀ ਤੇ ਬਾਦਲਾਂ ਦੇ ਅਕਾਲੀ ਦਲ ਦੀਆਂ ਸਰਕਾਰਾਂ ਦੇ ਭਾਰਤੀ ਕਾਨੂੰਨ ਦੇ ਮੁਤਾਬਕ ਰੀਅਲ ਕਾਨੂੰਨ ਜਿਹੜਾ ਨੈਚੁਰਲ ਰਿਸੋਰਸ ਦਾ ਬਣਦਾ ਉਹਦੇ ਤੇ ਨਾ ਕੇਸ ਕਰਨ ਦੀ ਗੱਲ ਨੂੰ ਜ਼ਰੂਰ ਉਠਾਉਣਾ ਚਾਹੀਦਾ। ਤੁਸੀਂ ਇਹਨਾਂ ਜਿਹੜੀਆਂ ਮੈਂ ਦੋਨੋਂ ਗੱਲਾਂ ਕਹੀਆਂ ਨੇ, ਇਹਦੇ ਬਾਰੇ ਜੇ ਕੁਝ ਕਹਿਣਾ ਚਾਹੋ, ਗੱਲਾਂ ਹੋਰ ਵੀ ਮੈਂ ਕਰ ਸਕਦਾ, ਪਰ ਮੈਨੂੰ ਲੱਗਦਾ ਅੱਜ ਦੀ ਤਰੀਕ ਤੇ ਤੁਹਾਡੇ ਕੋਲੋਂ ਬਹੁਤ ਜ਼ਿਆਦਾ ਅਸੀਂ ਟਾਈਮ ਨਾ ਲਈਏ। ਇਹ ਗੱਲ ਅਸੀਂ ਕੱਲ ਪਰਸੋਂ ਕਦੇ ਵੀ ਕਰ ਸਕਦੇ ਹਾਂ ਇਸ ਸਿਚੁਏਸ਼ਨ ਤੋਂ ਬਾਅਦ ਵੀ। ਮੈਂ ਜੀ ਬਿਲਕੁਲ ਤੁਹਾਡੇ ਇੱਕ ਇੱਕ ਅੱਖਰ ਨਾਲ ਸਹਿਮਤ ਹਾਂ। ਤੁਹਾਡੇ ਵਿਚਾਰ ਬਹੁਤ ਵਧੀਆ ਨੇ ਔਰ ਤੁਸੀਂ ਇੱਕ ਪੰਜਾਬੀ ਦੀ ਜਿਹੜੀ ਦਿਲ ਦੀ ਹੋਕ ਹੈ ਉਹ ਇਹੋ ਹੀ ਹੈ ਜੋ ਤੁਸੀਂ ਬਿਆਨ ਕੀਤੀ ਹੈ। ਲੇਕਿਨ ਇਸ ਦੇ ਵਿੱਚ ਜਿਹੜੀਆਂ ਕੁਝ ਟੈਕਨੀਕਲ ਗੱਲਾਂ ਹੈਗੀਆਂ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕਲੀਅਰ ਕੀਤਾ ਜਾਵੇਗਾ ਕਿ ਕਿਉਂ ਅਸੀਂ ਰੁਖ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਲੇਕਿਨ ਜੇ ਇਹ ਮਸਲਾ ਇੰਡੀਆ ਦੇ ਨਿਆਂਪਾਲਕਾਂ ਦੇ ਕੋਲੋਂ ਹੱਲ ਹੋ ਜਾਵੇ ਜਾਂ ਹੱਲ ਕਰਨ ਦੀ ਉਹ ਕੋਸ਼ਿਸ਼ ਕਰੇ ਤਾਂ ਇਹ ਬਹੁਤ ਚੰਗੀ ਗੱਲ ਸੀ। ਲੇਕਿਨ ਮੈਂ ਸਮਝਣਾ ਕਿ ਜਿਸ ਤਰੀਕੇ ਦਾ ਪ੍ਰਭਾਵ ਕਬੂਲਿਆ ਜਾ ਰਿਹਾ ਉਸ ਵੱਲੋਂ, ਕਿਉਂਕਿ ਇੰਡੀਆ ਦਾ ਪ੍ਰਾਈਮ ਮਿਨਿਸਟਰ ਪੰਜਾਬ ਦੇ ਅੰਦਰ ਆਣ ਕੇ ਕਹਿੰਦਾ ਕਿ ਪੰਜਾਬੀਆਂ ਨੂੰ ਪਾਣੀ ਦੀ ਵਾਕਿਆ ਹੀ ਬਹੁਤ ਲੋੜ ਹੈ, ਲੇਕਿਨ ਅਸੀਂ ਤੁਹਾਨੂੰ ਪਾਣੀ ਜਿਹੜਾ ਉਹ ਪਾਕਿਸਤਾਨ ਤੋਂ ਲੈ ਕੇ ਦੇਵਾਂਗੇ। ਜਿਹੜਾ ਸਿੰਧੂ ਜਲ ਵਿਵਾਦ ਹੈ ਉਹਦਾ ਅਸੀਂ ਪੱਕਾ ਹੀ ਹੱਲ ਕੱਢ ਦੇਣਾ ਕਿ ਪਾਕਿਸਤਾਨ ਵੱਲ ਪਾਣੀ ਜਿਹੜਾ ਉਹ ਜਾਣ ਨਹੀਂ ਦੇਵਾਂਗੇ ਤੇ ਉਹ ਪੰਜਾਬ ਨੂੰ ਦੇਵਾਂਗੇ। ਇਹ ਆਪਣੇ ਆਪ ਵਿੱਚ ਪੰਜਾਬੀਆਂ ਨਾਲ ਇੱਕ ਮਜ਼ਾਕ ਸੀ ਕਿ ਸਾਡਾ ਪਾਣੀ ਤਾਂ ਗਾਂਹ ਅੱਗੇ ਦੂਸਰੇ ਰਾਜ ਨੂੰ ਦਿੱਤਾ ਜਾ ਰਿਹਾ ਤੇ ਸਾਨੂੰ ਕਿਹਾ ਜਾ ਰਿਹਾ ਕਿ ਤੁਹਾਨੂੰ ਜੀ ਪਾਕਿਸਤਾਨ ਤੋਂ ਪਾਣੀ ਲੈ ਕੇ ਦੇਵਾਂਗੇ। ਸੋ ਤੁਹਾਡੇ ਵਿਚਾਰਾਂ ਦੇ ਨਾਲ ਮੈਂ ਤਕਰੀਬਨ ਮੈਂ ਸਹਿਮਤ ਹਾਂ ਕਿ ਇਸ ਤਰ੍ਹਾਂ ਦੀ ਸੋਚ ਜੇ ਪੰਜਾਬੀ ਸਾਰੇ ਅਪਣਾ ਲੈਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਅਸੀਂ ਆਪਣੇ ਮਸਲੇ ਦੇ ਹੱਲ ਤੱਕ ਪਹੁੰਚ ਸਕਦੇ ਹਾਂ। ਪੀਰ ਮੁਹੰਮਦ ਸਾਹਿਬ, ਇੱਕ ਚੀਜ਼ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਕਿ ਜੋ ਪਾਣੀਆਂ ਦੇ ਹੁਣ ਤੱਕ ਕੇਸ ਹੋਏ ਨੇ ਉਹਨਾਂ 'ਚ ਦੋ ਦੀ ਬਜਾਏ 3 ਨੁਕਤਾ, ਕਿਤੇ ਵੀ ਰਿਪੇਰੀਅਨ ਲਾਅ ਦੇ ਹਿਸਾਬ ਦੇ ਨਾਲ ਕੋਈ ਕੇਸ ਨਹੀਂ ਕੀਤਾ ਗਿਆ। ਦੂਸਰੀ ਗੱਲ, ਜਿਹੜਾ 1960 ਦੇ ਵਿੱਚ ਪਾਣੀ ਦੀ ਮੇਜਰਮੈਂਟ ਕੀਤੀ ਗਈ ਸੀ ਟੋਟਲ ਦੀ,
ਉਹ 15.83 ਮਿਲੀਅਨ ਏਕੜ ਫੀਟ ਕੀਤੀ ਗਈ ਸੀ, ਜਦੋਂ ਕਿ 1981 ਚ ਉਹਨੂੰ ਬਿਨਾਂ ਕਿਸੇ ਵਿਗਿਆਨਕ ਆਧਾਰ ਦੇ 17.17 ਮਿਲੀਅਨ ਏਕੜ ਫੀਟ ਕਰ ਦਿੱਤੀ ਗਈ ਹੈ ਕਿ ਇੰਨਾ ਪਾਣੀ ਹੈ। ਤੇ ਇਹਨਾਂ ਨੁਕਤਿਆਂ ਨੂੰ ਲੈ ਕੇ, ਔਰ ਫਿਰ ਤੀਸਰੀ ਗੱਲ, ਜੇ ਸਾਂਝੇ ਪੰਜਾਬ ਦਾ ਪਾਣੀ ਸੀ ਉਹਦੇ ਜਮਨਾ ਦਾ ਪਾਣੀ ਵੀ ਹੈਗਾ ਸੀ। ਜੇ 60-40 ਦੀ ਰੇਸ਼ੋ ਤੇ ਵੀ ਕੋਈ ਫੈਸਲਾ ਕੀਤਾ ਜਾਵੇ ਤਦ ਵੀ ਜਮਨਾ ਦਾ ਪਾਣੀ ਵਿੱਚ ਰਲਾਉਣਾ ਚਾਹੀਦਾ। ਇਹਨਾਂ ਨੁਕਤਿਆਂ ਨੂੰ ਲੈ ਕੇ ਮੇਰਾ ਖਿਆਲ ਹੈ ਕੋਈ ਕੇਸ ਕੀਤਾ ਗਿਆ ਹੈ ਕਿ ਨਹੀਂ। ਔਰ ਦੂਸਰੀ, ਜਿਵੇਂ ਸ਼ਬਦੀਸ਼ ਜੀ ਨੇ ਕਿਹਾ, ਉਹ ਬਹੁਤ ਦੂਰ ਦੀ ਗੱਲ ਹੈ ਕਿ ਨੀਦਰਲੈਂਡ ਕੋਰਟ ਫੈਸਲਾ ਕਰੇਗਾ। ਇਹਦਾ ਫੈਸਲਾ ਆਉਣ ਤੋਂ ਪਹਿਲਾਂ, ਜਿਹੜਾ ਮਾਰਚ ਦੇ ਵਿੱਚ ਉਹ ਦੇ ਰਹੇ ਨੇ, ਉਸ ਤੋਂ ਪਹਿਲਾਂ ਕਿਉਂ ਨਹੀਂ ਨਵਾਂ ਕੇਸ ਜਿਹੜਾ ਹੈਗਾ ਇਹਦੇ ਪਾ ਕੇ ਉੱਥੇ ਕਲੱਬ ਕਰਵਾ ਦਿੱਤਾ ਜਾਂਦਾ, ਇਹਨਾਂ ਨੁਕਤਿਆਂ ਨੂੰ ਇਨਕਾਰਪੋਰੇਟ ਕਰਕੇ। ਅਸੀਂ ਉਹਨਾਂ ਤਰੀਕਿਆਂ ਨੂੰ ਤਾਂ ਅਪਣਾਉਂਦੇ ਹਾਂ ਜਿਹਦੇ ਨਾਲ ਅਸੀਂ ਸਿਆਸੀ ਰਾਹ ਲੈ ਸਕਦੇ ਹਾਂ, ਪਰ ਅਸੀਂ ਉਹ ਤਰੀਕੇ ਨਹੀਂ ਅਪਣਾਉਂਦੇ ਜਿਨ੍ਹਾਂ ਤਰੀਕਿਆਂ ਦੇ ਨਾਲ ਅਸੀਂ ਵਾਕਈ ਕਾਨੂੰਨੀ ਨੁਕਤਾ ਨਿਗਾਹ ਤੋਂ ਆਪਣਾ ਕੇਸ ਸਟਰੋਂਗ ਕਰ ਸਕਦੇ ਹਾਂ। ਕੀ ਇਹੋ ਜਿਹਾ ਕੋਈ ਉਦਮ ਤੁਸੀਂ ਉਹ ਕੇਸ ਆਉਣ ਤੋਂ ਪਹਿਲਾਂ ਕਰੋਗੇ? ਬਿਲਕੁਲ ਜੀ, ਇਸ ਦੇ ਉੱਤੇ ਸਾਰਿਆਂ ਦੇ ਉੱਤੇ ਵਿਚਾਰ ਕਰਾਂਗੇ। ਔਰ ਜਿਹੜੀ ਸਭ ਤੋਂ ਮੇਨ ਗੱਲ ਹੈ ਨਾ ਕਿ ਜਿਹੜਾ ਪਾਣੀਆਂ ਦਾ ਸਟੇਟਸ ਹੈ ਉਹ ਸਮਝਾਉਣ ਦੀ ਲੋੜ ਹੈ। ਹਰਿਆਣੇ ਦੇ ਲੋਕਾਂ ਨੂੰ ਜਿਵੇਂ ਗੁੰਮਰਾਹ ਕਰ ਰਿਹਾ ਚਟਾਲਾ ਜਾਂ ਉੱਥੋਂ ਦੇ ਦੂਜੇ ਰਾਜਨੀਤਿਕ ਲੋਕ, ਜਦੋਂ ਕਿ ਉਹਨਾਂ ਕੋਲ ਜਿਹੜੀ ਗੰਗਾ ਤੇ ਜਮਨਾ ਹੈ ਉਹਦੇ ਕੋਲ ਪਹਿਲਾਂ ਹੀ 4500 ਲੱਖ ਏਕੜ ਫੁੱਟ ਪਾਣੀ ਮੌਜੂਦ ਹੈ ਤੇ ਹਰਿਆਣੇ ਨੂੰ ਸਿਰਫ 300 ਲੱਖ ਏਕੜ ਫੁੱਟ ਪਾਣੀ ਚਾਹੀਦਾ ਹੈ। ਤੇ ਇੰਨਾ ਪਾਣੀ ਜਿਹੜਾ ਉਹਨਾਂ ਕੋਲ ਮੌਜੂਦ ਹੈ, ਪਰ ਉਹ ਪਾਣੀ ਗੰਧਲਾ ਹੋ ਚੁੱਕਾ ਹੈ। ਉਹ ਪਾਣੀ ਨੂੰ ਪ੍ਰਦੂਸ਼ਣ ਦੇ ਵਿੱਚ ਬਦਲਿਆ ਗਿਆ। ਤੇ ਜੇ ਇੱਥੇ ਬਾਬਾ ਬਲਵੀਰ ਸਿੰਘ ਸੀਚੇਵਾਲ ਕਾਲੀ ਵੇਈ ਨੂੰ ਸਫਾਈ ਕਰਵਾ ਸਕਦੇ ਆ ਤੇ ਸ੍ਰੀ ਨਤੀਸ਼ ਕੁਮਾਰ ਵਰਗੇ ਮੁੱਖ ਮੰਤਰੀ ਉਹਨਾਂ ਨੂੰ ਮੌਕਾ ਵੇਖਣ ਆਉਂਦੇ ਨੇ, ਔਰ ਉਹਨਾਂ ਨੂੰ ਜਿਹੜਾ ਇਹਨਾਂ ਸਤਿਕਾਰ ਸਮਾਜ ਦੇ ਵਿੱਚ ਮਿਲਦਾ। ਮੇਰਾ ਸਵਾਲ, ਇੱਕ ਮਿੰਟ ਜੀ, ਮੇਰਾ ਸਵਾਲ ਇਹ ਹੈ ਕਿ ਕੋਈ ਉਦਮ ਤੁਸੀਂ ਇਹੋ ਜਿਹਾ ਕਰ ਰਹੇ ਹੋ? ਇਹ ਤੇ ਆਪਾਂ ਪੋਲੀਟੀਕਲ ਕਰਦੇ ਆ ਵੀ ਉਹ ਇਹ ਕਰ ਰਹੇ ਨੇ, ਇਹ ਕਰ ਰਹੇ ਨੇ। ਅਸੀਂ ਇਹ ਮਸਲਾ ਹੈ ਜੀ, ਇਹਦੇ ਤੇ ਜਿਹੜੇ ਆਪਣੇ ਵਕੀਲ ਨੇ ਉਹਨਾਂ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਜ਼ਰੂਰ ਜਿਹੜੇ ਤੁਹਾਡੇ ਵਿਚਾਰ ਨੇ ਉਹਨਾਂ ਤੱਕ ਪਹੁੰਚਾਵਾਂਗੇ, ਔਰ ਇਸ ਮਸਲੇ ਦੇ ਉੱਪਰ ਇੱਕ ਰਾਏ ਬਣਾ ਕੇ। ਤੇ ਕਿਉਂਕਿ ਇਹ ਮਸਲਾ ਕੱਲਾ ਮੇਰੇ ਹੱਥ ਦੇ ਵਿੱਚ ਨਹੀਂ ਕਿ ਮੈਂ ਕੱਲਾ ਇਹਦੇ ਬਾਰੇ ਕੋਈ ਇਸ ਵੱਡੀ ਗੱਲ ਕਹਿ ਸਕਾਂ। ਇਹ ਪੰਜਾਬ ਦਾ ਮਸਲਾ, ਇਹਦੇ ਵਿੱਚ ਬਹੁਤ ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਸੁਹਿਰਦ ਲੋਕ ਵਿੱਚ ਉਹਨਾਂ ਦੇ ਬੈਠੇ ਆ, ਉਹਨਾਂ ਨੇ ਔਰ ਕਾਨੂੰਨਦਾਨਾਂ ਨੇ, ਔਰ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਪਾਣੀਆਂ ਦੇ ਉੱਪਰ ਆਪਣੀ ਰਿਸਰਚ ਕਰਦੇ ਆ ਰਹੇ ਆ, ਸਰਦਾਰ ਪ੍ਰੀਤਮ ਸਿੰਘ ਕੁੰਮੇਦਾਨ ਵਰਗੇ ਜਾਂ ਹੋਰ ਕਈ ਇਸ ਤਰ੍ਹਾਂ ਦੇ ਮਹਾਰਥੀ ਨੇ ਜਿਨ੍ਹਾਂ ਨੇ ਆਪਣਾ ਸਾਰੀ ਜ਼ਿੰਦਗੀ ਜਿਹੜੇ ਪਾਣੀਆਂ ਦੇ ਉੱਪਰ ਕੰਮ ਕੀਤਾ, ਜਾਂ ਇਸ ਮਸਲੇ ਦੇ ਉੱਪਰ ਪੰਜਾਬ ਦੀਆਂ ਹੱਕੀ ਮੰਗਾਂ ਬਾਰੇ ਉਹ ਸੁਹਿਰਦਤਾ ਨਾਲ ਵਿਚਾਰ ਰੱਖਦੇ ਨੇ, ਜਾਂ ਜਿਵੇਂ ਤੁਹਾਡੇ ਦਿਲਾਂ ਦੇ ਅੰਦਰ, ਦਿਮਾਗ ਦੇ ਅੰਦਰ ਤੜਫੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੋਵੇਗਾ। ਹੁਣ ਕਿਉਂਕਿ ਅਸੀਂ 9 ਵਜੇ ਦਾ ਟਾਈਮ ਦਿੱਤਾ ਹੋਇਆ ਸਾਰੇ ਪਾਸੇ, ਤੇ ਮੈਂ ਆਪ ਜੀ ਕੋਲੋਂ ਇਜਾਜ਼ਤ ਲੈਣਾ ਚਾਹਾਂਗਾ। ਬਹੁਤ ਬਹੁਤ ਧੰਨਵਾਦ ਸਰ ਕਰਨੈਲ ਸਿੰਘ ਜੀ, ਤੁਸੀਂ ਟਾਈਮ ਕੱਢ ਕੇ ਇਹੋ ਜਿਹੇ ਬਿਜ਼ੀ ਦਿਨ ਵੀ ਸਾਡੇ ਨਾਲ ਜੁੜੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ। ਪ੍ਰਮੀਤ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਜੋ ਹੁਣ ਤੱਕ ਦੀ ਗੱਲਬਾਤ ਹੋਈ ਹੈ, ਸੋ ਪਲੀਜ਼। ਅਜੀਤ ਸਿੰਘ ਜੀ, ਇਸ ਤਰ੍ਹਾਂ ਹੈਗਾ ਕਿ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਦੱਸਣਾ ਚਾਹਾਂਗਾ, ਇੱਕ ਬੜਾ ਇੰਟਰਸਟਿੰਗ ਪੁਆਇੰਟ ਇਹਦੇ ਵਿੱਚ ਇਹ ਹੈ ਕਿ SYL ਇਸ਼ੂ ਦੇ ਵਿੱਚ ਇਨੈਲੋ ਅੱਜ ਆਪਣੇ ਆਪ ਨੂੰ ਸ਼ਕਤੀ ਪ੍ਰਦਰਸ਼ਨ ਕਰਕੇ ਆਪਣੀ ਜਗ੍ਹਾ ਤਲਾਸ਼ਣ ਵਾਸਤੇ ਹੱਥ ਪੈਰ ਮਾਰੇਗੀ। ਉੱਥੇ ਹਰਿਆਣਾ ਦੇ ਜਿਹੜੀ ਬਾਕੀ ਸਿਆਸੀ ਪਾਰਟੀਆਂ ਨੇ ਉਹ ਇਨੈਲੋ ਦੇ ਨਾਲ ਕਿਤੇ ਵੀ ਖੜੀਆਂ ਨਹੀਂ ਦਿਖ ਰਹੀਆਂ, ਬਲਕਿ ਉਹ ਬਜਾਏ ਇੱਕ ਸੂਬੇ ਦੇ ਹੱਕ ਦੀ ਗੱਲ ਕਰਨ ਦੇ ਉਹ ਇਨੈਲੋ ਨੂੰ ਟਾਰਗੇਟ ਉਹਨਾਂ ਨੇ ਕੀਤਾ। ਹਰਿਆਣਾ ਦੇ ਸੀਨੀਅਰ ਕੈਬਨਿਟ ਮੰਤਰੀ ਨੇ ਮੇਲ ਵਿੱਚ ਉਹਨਾਂ ਨੇ ਇਨੈਲੋ ਦੀ ਇਸ ਕਾਰਵਾਈ ਨੂੰ ਦੱਸਿਆ ਕਿ ਇਹ ਬਹੁਤ ਹੀ ਮੂਰਖਤਾਪੂਰਨ ਕਾਰਵਾਈ ਹੈ ਤੇ ਚੌਟਾਲਾ ਪਰਿਵਾਰ ਨੂੰ ਇਸ ਤੋਂ ਬਾਅਦ ਮੂੰਹ ਦੀ ਖਾਣੀ ਪਏਗੀ। ਜਦਕਿ ਹਰਿਆਣਾ ਜਿਹੜਾ ਪ੍ਰਦੇਸ਼ ਕਾਂਗਰਸ ਦੇ ਜਿਹੜੇ ਮੁਖੀ ਹੈਗੇ ਨੇ ਅਸ਼ੋਕ ਤੰਵਰ, ਉਹਨਾਂ ਨੇ ਵੀ ਇਹਨੂੰ ਕਿਹਾ ਕਿ ਚੌਟਾਲਾ ਸਾਹਿਬ ਜਾਂ ਇਨੈਲੋ ਪਾਰਟੀ ਜਿਹੜੀ ਹੈਗੀ ਹੈ ਇਹ ਸਿਰਫ ਇੱਕ ਆਪਣੀ ਸਿਆਸਤ ਨੂੰ ਦੁਬਾਰਾ ਚਮਕਾਉਣ ਵਾਸਤੇ ਸਾਰੀ ਕਾਰਵਾਈ ਕਰ ਰਹੀ ਹੈ। ਜਿਸ ਤੋਂ ਮੈਂ ਇੱਕ ਚੀਜ਼ ਅੰਦਾਜ਼ਾ ਲਗਾ ਸਕਦਾ ਕਿ ਕਿਤੇ ਵੀ ਜਿਹੜੀ ਹਰਿਆਣਾ ਦੀ ਪਾਰਟੀਆਂ ਨੇ ਉਹ ਇਸ ਮਸਲੇ ਦੇ ਆਪਸ ਦੇ ਵਿੱਚ ਵੀ ਇਕਜੁੱਟ ਨਹੀਂ ਹੈਗੀਆਂ ਨੇ। ਇਸੇ ਤਰ੍ਹਾਂ ਖੱਟਰ ਸਾਹਿਬ ਜਿਹੜੇ ਕਿ ਮਨੋਹਰ ਲਾਲ ਖੱਟਰ ਜਿਹੜੇ ਮੁੱਖ ਮੰਤਰੀ ਨੇ ਹਰਿਆਣਾ ਦੇ, ਉਹਨਾਂ ਦਾ ਵੀ ਇਹੀ ਕਹਿਣਾ ਕਿ ਇਸ ਇਸ਼ੂ ਤੇ ਹਲੇ ਸਾਨੂੰ ਇੰਨੀ ਕੋਈ ਕਾਹਲੀ ਕਰਨ ਦੀ ਲੋੜ ਨਹੀਂ ਹੈ, ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਬੜੇ ਆਰਾਮ ਨਾਲ ਦੇਣਾ ਚਾਹੀਦਾ। ਪਰ ਇਨੈਲੋ ਪਤਾ ਨਹੀਂ ਕਿਉਂ ਇੰਨੀ ਜਲਦੀ ਦੇ ਵਿੱਚ ਇਸ ਚੀਜ਼ ਨੂੰ ਕਰਨਾ ਚਾਹ ਰਹੀ ਹੈ। ਇਹਦੇ ਨਾਲ ਇੱਕ ਚੀਜ਼ ਜਿਹੜੀ ਮੈਂ ਥੋੜੀ ਦੇਰ ਪਹਿਲਾਂ ਵੀ ਪੀਰ ਮੁਹੰਮਦ ਸਾਹਿਬ ਦੇ ਧਿਆਨ ਚ ਲਿਆਂਦੀ ਸੀ ਕਿ ਦਰਸ਼ਕਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਜਿਹੜੇ ਕਿ ਸੂਬੇ ਦੇ ਗ੍ਰਹਿ ਮੰਤਰੀ ਨੇ, ਜਿਹੜੇ ਲਾਅ ਐਂਡ ਆਰਡਰ ਵਾਸਤੇ ਜ਼ਿੰਮੇਵਾਰ ਨੇ, ਉਸ ਟਾਈਮ ਪੰਜਾਬ ਤੋਂ ਬਾਹਰ ਨੇ ਔਰ ਉਹ ਵਿਦੇਸ਼ ਦੇ ਵਿੱਚ ਆਪਣੀ ਛੁੱਟੀਆਂ ਕੱਟ ਰਹੇ ਨੇ, ਜੋ ਕਿ ਇੱਕ ਬੜਾ ਇੱਕ ਮਤਲਬ ਇੱਕ ਸਾਹਮਣੇ ਇੱਕ ਸਪਸ਼ਟ ਸੰਦੇਸ਼ ਜਾਂਦਾ
ਕਿਤੇ ਨਾ ਕਿਤੇ ਇਹ ਸਾਰੇ ਕੁਝ ਦੇ ਵਿੱਚ ਇਨੈਲੋ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਫ੍ਰੈਂਡਲੀ ਮੈਚ ਜਿਹੜਾ ਚੱਲ ਰਿਹਾ, ਔਰ ਇਨੈਲੋ ਨੂੰ ਹਰਿਆਣਾ ਤੋਂ ਵੀ ਇਸ ਬਾਰੇ ਕੋਈ ਸਾਥ ਨਹੀਂ ਮਿਲ ਰਿਹਾ। ਇੱਕ ਲਾਸਟ ਦੇ ਵਿੱਚ ਇੱਕ ਚੀਜ਼ ਮੈਂ ਕਹਿਣੀ ਚਾਹੂੰਗਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇਸ ਵਿਸ਼ੇ ਤੇ ਕਿਸੇ ਕਿਸਮ ਦਾ ਕੋਈ ਵੀ ਬਿਆਨ ਹਾਲੇ ਤੱਕ ਨਾ ਆਉਣਾ ਇੱਕ ਬੜਾ ਹੈਰਾਨੀਜਨਕ ਇੱਕ ਇਸ਼ੂ ਹੈਗਾ, ਇੱਕ ਗੱਲ ਹੈਗੀ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਹਰ ਇਸ਼ੂ ਚਾਹੇ ਉਹਨਾਂ ਨਾਲ ਸੰਬੰਧਿਤ ਹੋਵੇ ਚਾਹੇ ਨਾ ਹੋਵੇ ਉਹਦੇ ਤੇ ਇੱਕ ਬਿਆਨ ਜਾਰੀ ਕਰਦੇ ਨੇ, ਪਰ ਇਸ ਇਸ਼ੂ ਨੂੰ ਲੈ ਕੇ ਉਹਨਾਂ ਦੀ ਖਾਮੋਸ਼ੀ ਜਿਹੜੀ ਆ ਉਹ ਕਿਤੇ ਨਾ ਕਿਤੇ ਉਹਨਾਂ ਦੀ ਨੀਅਤ ਨੂੰ ਸ਼ੱਕ ਦੇ ਵਿੱਚ ਪਾਉਂਦੀ ਹੈ। ਜੀ ਸੀਪੀ ਸਿੰਘ ਜੀ, ਆਮ ਆਦਮੀ ਪਾਰਟੀ ਦੀ ਸੀਪੀ ਸਿੰਘ ਜੀ ਖਾਮੋਸ਼ੀ ਹੈ। ਇਹਦੇ ਨਾਲ ਇੱਕ ਚੀਜ਼ ਮੈਂ ਆਪ ਜੀ ਨੂੰ ਕਹਿਣੀ ਚਾਹਾਂਗਾ, ਇਹ ਫ੍ਰੈਂਡਲੀ ਮੈਚ ਅਕਾਲੀ ਦਲ ਤੇ ਉਹਨਾਂ ਦਾ ਸਮਝ ਆਉਂਦਾ ਹੈ, ਆਮ ਆਦਮੀ ਪਾਰਟੀ ਚੁੱਪ ਹੈ, ਇਹ ਕਿਉਂ ਚੁੱਪ ਹੈ ਤੇ ਨਾਲ ਕੀ ਕਾਂਗਰਸ ਦਾ ਕੀ ਪ੍ਰਤੀਕਿਰਿਆ, ਕਿਆ ਉਹ ਵਾਕਿਆ ਹੀ ਕਿਸੇ ਪ੍ਰੋਟੈਸਟ ਵਿੱਚ ਨਿਕਲ ਰਹੇ ਨੇ ਜਾਂ ਨਹੀਂ, ਇਹਦੇ ਬਾਰੇ ਜਰਾ ਚਾਨਣਾ ਪਾਉਣਾ। ਅਜੀਤ ਜੀ ਮੈਂ ਉਹੀ ਗੱਲ ਕਰਨ ਲੱਗਾ ਸੀ, ਆਮ ਆਦਮੀ ਪਾਰਟੀ ਕਿਉਂ ਚੁੱਪ ਹੈ, ਕਾਂਗਰਸ ਦੇ ਕੀ ਬਿਆਨ ਆਏ ਨੇ। ਦੇਖੋ ਆਮ ਆਦਮੀ ਪਾਰਟੀ ਦੀ ਜੇ ਮੈਂ ਗੱਲ ਕਰਾਂ ਤਾਂ ਐਕਸੈਪਸ਼ਨਸ ਹਮੇਸ਼ਾ ਹੀ ਰਹੀਆਂ ਉਹਦੇ ਨਾਲ, ਜਿਹੜੀ ਗੱਲ ਦਾ ਮਹੱਤਵ ਜਾਂ ਜਿਹੜੀ ਗੱਲ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲਦਾ ਹੈ ਉਸੇ ਗੱਲ ਦੇ ਉੱਪਰ ਟਵੀਟ ਕੀਤਾ ਜਾਂਦਾ ਹੈ। ਇਹ ਉਹੀ ਅਰਵਿੰਦ ਕੇਜਰੀਵਾਲ ਨੇ ਜਿਹੜੇ ਕਿ ਨਿੱਕੇ ਨਿੱਕੇ ਮੈਟਰਸ ਦੇ ਉੱਪਰ ਵੀ ਟਵੀਟ ਕਰਕੇ ਟਵੀਟ ਦੀ ਲੜਾਈ ਲੜਨ ਲੱਗ ਜਾਂਦੇ ਸੀ, ਬਟ ਐਸਵਾਈਐਲ ਦੇ ਮੁੱਦੇ ਦੇ ਉੱਪਰ ਕੋਈ ਵੀ ਬਿਆਨ ਹਜੇ ਤੱਕ ਉਹਨਾਂ ਨੇ ਨਹੀਂ ਦਿੱਤਾ। ਸੋ ਇਥੋਂ ਇੱਕ ਚੀਜ਼ ਤਾਂ ਕਲੀਅਰ ਹੋ ਜਾਂਦੀ ਹੈ ਕਿ ਉਹਨਾਂ ਦਾ ਜਿਹੜਾ ਐਸਵਾਈਐਲ ਦੇ ਪ੍ਰਤੀ ਰੁਖ ਹੈ ਉਹ ਕਿਸ ਤਰ੍ਹਾਂ ਦਾ ਹੈ। ਦੂਸਰੀ ਗੱਲ ਆ ਜਾਂਦੀ ਹੈ ਕਾਂਗਰਸ ਦੀ। ਕਾਂਗਰਸ ਤਾਂ ਈਵਨ ਯੂਪੀ ਖੇਮੇ ਦੇ ਵਿੱਚ ਵੀ ਸੋਨੀਆ ਗਾਂਧੀ ਬਿਲਕੁਲ ਹੀ ਗਾਇਬ ਨੇ, ਔਰ ਪੰਜਾਬ ਦੇ ਮੁੱਦੇ ਤੇ ਉਹਨਾਂ ਨੇ ਬੋਲਣਾ ਹੀ ਕੀ ਸੀਗਾ। ਹਾਲਾਂਕਿ ਕੈਪਟਨ ਅਮਰਿੰਦਰ ਸਾਹਿਬ ਨੇ ਇੱਕ ਦੋ ਸਟੇਟਮੈਂਟਾਂ ਜ਼ਰੂਰ ਦਿੱਤੀਆਂ, ਪਰ ਇੱਥੇ ਮੈਂ ਇੱਕ ਚੀਜ਼ ਜ਼ਰੂਰ ਧਿਆਨ 'ਚ ਲਿਆਉਣਾ ਚਾਹੂੰਗਾ, ਜਿਵੇਂ ਪ੍ਰਭਜੀਤ ਜੀ ਨੇ ਕਿਹਾ ਕਿ ਜਿਹੜੀ ਹਾਈ ਕਮਾਨ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਛੁੱਟੀਆਂ ਕੱਟਣ ਅਮਰੀਕਾ ਦੇ ਵਿੱਚ ਨੇ, ਔਰ ਤੁਸੀਂ ਦੇਖੋ ਕੱਲ ਜਦੋਂ ਸੁਪਰੀਮ ਕੋਰਟ ਇਹ ਫੈਸਲਾ ਕਰਦਾ ਹੈ ਉਸ ਤੋਂ ਬਾਅਦ ਇਮੀਡੀਏਟਲੀ ਚਾਹੇ ਉਹ ਪੰਜਾਬ ਸਰਕਾਰ ਦੇ ਵੱਲੋਂ ਜਾਂ ਹੋ ਸਕਦਾ ਹੈ ਕਿ ਹਾਈ ਕਮਾਨ ਨੇ ਉਹਨਾਂ ਨੂੰ ਕਿਹਾ ਹੋਵੇ, ਰਾਮ ਜੇਠਮਲਾਨੀ ਜਿਹੜੇ ਕਿ ਪੰਜਾਬ ਸਰਕਾਰ ਵੱਲੋਂ ਕੇਸ ਐਸਵਾਈਐਲ ਦਾ ਲੜ ਰਹੇ ਨੇ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ, ਔਰ ਬੜੀ ਅਜੀਬ ਜੀ ਸਟੇਟਮੈਂਟ ਹੈ ਕਿ ਕੇਂਦਰ ਹੈ ਜਿਹੜਾ ਉਹਨੇ ਕਦੀ ਵੀ ਸੈਂਟਰ ਵੱਲੋਂ ਕਦੀ ਵੀ ਐਸਵਾਈਐਲ ਦੇ ਇਸ਼ੂ ਦੇ ਉੱਪਰ ਜਿਹੜਾ ਇੰਟਰਫੇਅਰ ਨਹੀਂ ਕੀਤਾ ਗਿਆ। ਸੋ ਬੜੀ ਅਜੀਬ ਜੀ ਗੱਲ ਹੈ। ਕਾਂਗਰਸ ਹੋਵੇ ਤਾਂ ਤੁਸੀਂ ਬੋਲੋ ਹੀ, ਸੈਂਟਰ ਦੇ ਵਿੱਚ ਵੀ ਤੁਹਾਡੀ ਭਾਈਵਾਲ ਸਰਕਾਰ ਹੈ ਔਰ ਤੁਸੀਂ ਅੱਜ ਇਹ ਬਿਆਨ ਦੇ ਰਹੇ ਹੋ। ਇਥੋਂ ਅਜੀਤ ਜੀ ਇੱਕ ਚੀਜ਼ ਜਿਹੜੀ ਖਦਸ਼ਾ ਜਿਹੜਾ ਮਨ ਚ ਆਉਂਦਾ ਹੈ ਉਹ ਫ੍ਰੈਂਡਲੀ ਮੈਚ ਦਾ ਆਉਂਦਾ ਹੈ। ਇਸੇ ਕਰਕੇ ਸ਼ਾਇਦ ਕੋਈ ਵੀ ਟਵੀਟ ਜਾਂ ਕੋਈ ਵੀ ਬਿਆਨ ਹਾਈ ਕਮਾਨ ਵੱਲੋਂ ਨਹੀਂ ਦਿੱਤਾ ਜਾ ਰਿਹਾ, ਰਾਮ ਜੇਠਮਲਾਨੀ ਨੂੰ ਅੱਗੇ ਕਰ ਦਿੱਤਾ ਗਿਆ ਛੋਟੀ ਜਿਹੀ ਸਟੇਟਮੈਂਟ ਦੇਣ ਲਈ। ਸੋ ਬੜੀ ਹਾਸੋਹੀਣੀ ਜੀ ਸਿਚੁਏਸ਼ਨ ਚ ਫਸਾ ਦਿੱਤਾ ਪੰਜਾਬ ਨੂੰ। ਈਵਨ ਕਿ ਸੁਪਰੀਮ ਕੋਰਟ ਨੇ ਵੀ ਜਿਹੜਾ ਫੈਸਲਾ ਲਿਆ ਕਿ ਜਿਹੜੀ ਐਸਵਾਈਐਲ ਨਹਿਰ ਹੈ ਬਣਨ ਦਿੱਤੀ ਜਾਣੀ ਚਾਹੀਦੀ ਹੈ, ਪਾਣੀ ਜਦੋਂ ਆਏਗਾ ਦੇਖੀ ਜਾਏਗੀ। ਦੇਖੋ ਜਦੋਂ ਪਾਣੀ ਆਏਗਾ ਅਸੀਂ ਉਹਦੀ ਵੇਟ ਕਰਾਂਗੇ, ਕਿੰਨੇ ਲੱਖਾਂ ਕਰੋੜਾਂ ਰੁਪਏ ਅਸੀਂ ਉਸ ਨੂੰ ਕ੍ਰੀਏਟ ਕਰਨ ਤੇ ਲਗਾ ਵੀ ਦਿੱਤੇ ਜੇ, ਤਾਂ ਜਦੋਂ ਪਾਣੀ ਆਏਗਾ ਅਸੀਂ ਉਸੇ ਦੀ ਵੇਟ ਕਰਾਂਗੇ। ਬੜਾ ਅਜੀਬ ਜਿਹਾ ਮੈਸੇਜ ਦਿੱਤਾ ਸੁਪਰੀਮ ਕੋਰਟ ਨੇ, ਅਜੀਬ ਜਿਹਾ ਫੈਸਲਾ ਹੈ। ਮੈਂ ਨਹੀਂ ਚਾਹੁੰਦਾ ਕਿ ਇਸ ਦੇ ਉੱਪਰ ਕੋਈ ਏਦਾਂ ਦੀ ਡਿਸੀਜਨ ਸੁਪਰੀਮ ਕੋਰਟ ਨੂੰ ਲੈਣਾ ਚਾਹੀਦਾ ਸੀਗਾ ਜਿਹਦੇ ਵਿੱਚ ਕੋਈ ਦਲੀਲ ਹੀ ਨਾ ਹੋਵੇ। ਇਸੇ ਕਰਕੇ ਸ਼ਾਇਦ ਇਨੇਲੋ ਨੇ ਵੀ ਕੱਲ ਅਨਾਉਂਸ ਕੀਤਾ ਕਿ ਸਾਡੇ 1 ਲੱਖ ਵਰਕਰ ਹੈ ਜਿਹੜੇ ਉਹ ਉੱਥੇ ਪਹੁੰਚਣਗੇ, ਔਰ ਇਸ ਚੀਜ਼ ਨੂੰ ਰੋਕਣ ਵਾਸਤੇ ਪੰਜਾਬ ਨੇ ਜਿਹੜੇ ਇੰਤਜ਼ਾਮ ਕੀਤੇ ਉਹ ਸਾਰਿਆਂ ਦੇ ਸਾਹਮਣੇ ਹੈ। ਪਰ ਕਿਤੇ ਨਾ ਕਿਤੇ ਮੈਨੂੰ ਇਹ ਡਰ ਹੈ ਕਿ ਇਹ ਜਿਹੜੀ ਚੀਜ਼ ਹੈ ਇਹ ਕਿਤੇ ਖੂਨ ਖਰਾਬੀ ਵੱਲ ਨਾ ਹੋ ਜਾਏ, ਔਰ ਕਿਤੇ ਇਹ ਦੂਸਰਾ ਰਾਈਟਸ ਵਾਲਾ ਸਿਸਟਮ ਜਿਹੜਾ ਕ੍ਰੀਏਟ ਨਾ ਹੋ ਜਾਏ, ਕਿਉਂਕਿ ਦਿੱਲੀ ਜਾਣ ਲਈ ਇੱਕ ਮੁੱਖ ਮਾਰਗ ਉਹ ਹੈ ਜਿੱਥੋਂ ਚੰਡੀਗੜ੍ਹ ਔਰ ਦਿੱਲੀ ਕਨੈਕਟੀਵਿਟੀ ਹੁੰਦੀ ਹੈ। ਸੋ ਇਸ ਚੀਜ਼ ਨੂੰ ਪ੍ਰਭਾਵਿਤ ਹੋਣ ਦੇ ਕਾਰਨ ਬਿਜ਼ਨਸ ਵੀ ਬਹੁਤ ਪ੍ਰਭਾਵਿਤ ਹੋਣਗੇ, ਈਵਨ ਕਿ ਲੋਕਾਂ ਦਾ ਜਿਹੜਾ ਜੀਵਨ ਹੈ ਉਹ ਵੀ ਬਹੁਤ ਪ੍ਰਭਾਵਿਤ ਹੋਏਗਾ। ਕਿਤੇ ਨਾ ਕਿਤੇ ਇਸ ਐਸਵਾਈਐਲ ਦੇ ਮੁੱਦੇ ਨੂੰ ਪੋਲੀਟੀਕਲ ਰੰਗਤ ਦੇਣ ਕਰਕੇ ਬਹੁਤ ਅਜੀਬ ਜਿਹਾ ਮਾਹੌਲ ਬਣਾ ਦਿੱਤਾ ਹੈ, ਜਿਹੜਾ ਕਿ ਬਹੁਤ ਹੀ ਜ਼ਿਆਦਾ ਪੰਜਾਬ ਵਾਸਤੇ ਕਹਿ ਲਓ, ਹਰਿਆਣੇ ਵਾਸਤੇ ਕਹਿ ਲਓ, ਆਮ ਜਨਤਾ ਵਾਸਤੇ ਕਹਿ ਲਓ ਮੰਦਭਾਗਾ ਹੈ। ਸ਼ਬਦੀਪ ਜੀ 2-3 ਮਿੰਟ ਰਹਿ ਗਏ ਨੇ, ਤੁਹਾਡੇ ਜ਼ਰੂਰ ਮੈਂ ਕਮੈਂਟਸ ਲੈਣਾ ਚਾਹਾਂਗਾ ਇਹ ਸਾਰਾ ਜੋ ਕੁਝ ਅਸੀਂ ਵਿਚਾਰ ਕੀਤੀ ਹੈ ਤੇ ਜੋ ਵਾਪਰ ਰਿਹਾ। ਅਜੀਤ ਇਹ ਗੱਲ ਇਹ ਆ ਕਿ ਅੱਜ ਦੀ ਤਰੀਕ ਦੇ ਵਿੱਚ ਜਿਸ ਸਿਚੁਏਸ਼ਨ ਦੇ ਵਿੱਚ ਬੈਠੇ ਹੋਏ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਉਧਰ ਚਟਾਲੇ ਦਾ ਮਾਰਚ, ਇਧਰੋਂ ਪੀਰ ਮੁਹੰਮਦ ਜੀ ਦਾ ਮਾਰਚ, ਹਰਿਆਣੇ ਦੀ ਪੁਲਿਸ, ਪੰਜਾਬ ਦੀ ਪੁਲਿਸ ਤਾਇਨਾਤ, ਇਸ ਸਾਰੀ ਸਿਚੁਏਸ਼ਨ ਦੇ ਵਿੱਚ ਇਹ ਲੱਗਦਾ ਕਿ ਅਸੀਂ ਕਿਸੇ ਵੀ ਨੁਕਤੇ ਦੇ ਉੱਤੇ ਅੱਜ ਆਪਣਾ ਪ੍ਰੋਗਰਾਮ ਖਤਮ ਕਰ ਲਈਏ। ਕੱਲ ਇਹ ਪ੍ਰੋਗਰਾਮ ਇੱਕ ਤਰੀਕੇ ਦੇ ਨਾਲ ਕੰਟੀਨਿਊ ਰਹਿਣ ਵਾਲਾ, ਕਿਉਂਕਿ ਹਾਲੇ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕੀ ਵਾਪਰਨ ਜਾ ਰਿਹਾ। ਇਸ ਕਰਕੇ ਜੋ ਵਾਪਰੇਗਾ ਉਹਦੇ ਬਾਰੇ ਤਾਂ ਅਸੀਂ ਕੱਲ ਕਹਿ ਸਕਦੇ ਹਾਂ, ਪਰ ਜੋ ਕੁਝ ਹੁਣ ਤੱਕ ਵਾਪਰ ਚੁੱਕਾ ਉਹਦੇ ਬਾਰੇ ਅਸੀਂ ਜ਼ਰੂਰ ਗੱਲਾਂ ਕਰ ਸਕਦੇ ਹਾਂ। ਹਰ ਗੱਲ ਤੇ ਓਵਰ ਰਿਐਕਟ ਕਰਨ ਵਾਲੇ ਕੇਜਰੀਵਾਲ ਦੀ ਖਾਮੋਸ਼ੀ ਮੈਨੂੰ ਘੱਟੋ ਘੱਟ ਸਮਝ ਆਉਂਦੀ ਹੈ, ਔਰ ਮੈਂ ਇਹਨੂੰ ਇਸ ਨੁਕਤੇ ਤੋਂ ਵੀ ਸਮਝਣਾ ਚਾਹੁੰਦਾ
ਕਿ ਕੇਜਰੀਵਾਲ ਦੀ ਖਾਮੋਸ਼ੀ ਦਾ ਇੱਕ ਅਰਥ ਇਹ ਵੀ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਲੜਾਈ ਦੇਖਣ ਨੂੰ ਇੰਜ ਲੱਗਦੀ ਹੈ ਕਿ ਇਹ ਪੰਜਾਬ ਤੇ ਹਰਿਆਣੇ ਦੀ ਲੜਾਈ ਹੈ ਤੇ ਦਿੱਲੀ ਨੂੰ ਪਾਣੀ ਚੁੱਪਚਾਪ ਤੁਰਿਆ ਜਾ ਰਿਹਾ ਹੈ। ਕੇਜਰੀਵਾਲ ਨਹੀਂ ਚਾਹਣਗੇ ਕਿ ਆਪਣੇ ਆਪ ਨੂੰ ਓਵਰ ਰਿਐਕਟ ਕਰਕੇ ਉਹ ਇਹ ਸਾਬਤ ਕਰ ਦੇਣ ਕਿ ਦਿੱਲੀ ਵੀ ਇੱਕ ਧਿਰ ਹੈ ਜਿਹਨੂੰ ਪਾਣੀ ਜਾ ਰਿਹਾ, ਸ਼ਾਇਦ ਉਹ ਇਸ ਕਰਕੇ ਵੀ ਖਾਮੋਸ਼ ਬੈਠੇ ਹੋਣ। ਹਰਿਆਣਵੀ ਹੋਣਾ ਉਹਨਾਂ ਦਾ ਇੱਕ ਛੋਟਾ ਨੁਕਤਾ ਹੋ ਸਕਦਾ, ਪਰ ਦਿੱਲੀ ਦਾ ਮੁੱਖ ਮੰਤਰੀ ਹੋਣਾ ਉਹਨਾਂ ਲਈ ਇਹ ਵੱਡਾ ਨੁਕਤਾ ਹੈ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਫਰੈਂਡਲੀ ਮੈਚ ਹੈ ਜਾਂ ਨਹੀਂ ਹੈ, ਇਹਦੇ ਨਾਲੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਲਈ ਜਿਹੜੇ ਵੀ ਦਾਅਵੇਦਾਰ ਬੈਠੇ ਨੇ ਉਹ ਕੀ ਕਰਨ ਦਾ ਯਤਨ ਕਰ ਰਹੇ ਨੇ। ਕਿ ਕਾਂਗਰਸ ਪਾਰਟੀ ਦੀ ਵਾਰ-ਵਾਰ ਇਸ ਗੱਲ ਲਈ ਡਰਾਵੇ ਦੇਈ ਜਾਣਾ ਕਿ ਜੇ ਇਹ ਮੁੱਦਾ ਉੱਠ ਖੜਾ ਹੋਇਆ ਟੈਰਰਿਜ਼ਮ ਵਾਪਸ ਆ ਜਾਏਗਾ। ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਕੇ ਵੀ ਪਾਣੀਆਂ ਦੇ ਮੁੱਦੇ ਨੂੰ ਇੱਕ ਤਰ੍ਹਾਂ ਨਾਲ ਰੀਅਲ ਟੋਨ ਦੇ ਨਾਲੋਂ ਨਖੇੜ ਕੇ ਇੱਕ ਵੱਖਰੀ ਟੋਨ ਨੂੰ ਸੈੱਟ ਕਰਨਾ ਚਾਹੁੰਦੇ ਨੇ, ਔਰ ਇਹ ਵੀ ਇੱਕ ਤਰ੍ਹਾਂ ਨਾਲ ਪਾਣੀਆਂ ਦੇ ਮੁੱਦੇ ਦੇ ਉੱਤੇ ਪੰਜਾਬ ਦੀ ਜਿਹੜੀ ਅਸਲ ਲੜਾਈ ਆ ਉਹਨੂੰ ਡਿਰੇਲ ਕਰਨ ਵਾਲੀ ਗੱਲ ਹੈ। ਪਤਾ ਨਹੀਂ ਉਹਨਾਂ ਦੀ ਸਰਕਾਰ ਬਣਨੀ ਕਿ ਨਹੀਂ, ਪਰ ਮੇਰੇ ਮੁਤਾਬਕ ਉਹ ਗਲਤ ਕਰ ਰਹੇ ਨੇ। ਦੂਸਰੀ ਗੱਲ, ਇੱਕ ਨੁਕਤਾ ਜਿਹੜਾ ਵਾਰ-ਵਾਰ ਉੱਭਰ ਕੇ ਆ ਰਿਹਾ ਕਿ ਪੰਜਾਬ ਦੀਆਂ ਪਾਰਟੀਆਂ ਸਿਧਾਂਤਕ ਤੌਰ ਤੇ ਲਗਭਗ ਇੱਕ ਮੁੱਦੇ ਦੇ ਉੱਤੇ ਸਹਿਮਤ ਨੇ ਕਿ ਪੰਜਾਬ ਦੇ ਕੋਲ ਪਾਣੀ ਨਹੀਂ ਔਰ ਅਸੀਂ ਪਾਣੀ ਦੇ ਨਹੀਂ ਸਕਦੇ। ਹਰਿਆਣੇ ਦੀਆਂ ਪਾਰਟੀਆਂ ਅਨੈਲੋ ਦੀ ਨਿੰਦਾ ਕਰ ਰਹੀਆਂ ਨੇ, ਬਾਕੀ ਗੱਲਾਂ ਤੇ ਨਹੀਂ ਬੋਲ ਰਹੀਆਂ, ਪਰ ਇੱਕ ਫੈਕਟ ਆ ਹਰਿਆਣਾ ਦੀ ਪੋਲਿਟਿਕਸ ਦਾ ਕਿ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਇੱਕ ਨੁਕਤੇ ਦੇ ਉੱਤੇ ਇੱਕ ਸੁਰ ਨੇ ਕਿ ਪੰਜਾਬ ਕੋਲੋਂ ਸਾਨੂੰ ਪਾਣੀ ਮਿਲਣਾ ਚਾਹੀਦਾ, ਔਰ ਉਹ ਇਸ ਬਣਾ ਦੇ ਉੱਤੇ ਪਾਣੀ ਮੰਗ ਰਹੀਆਂ ਨੇ ਕਿ ਵੰਡ ਤੋਂ ਬਾਅਦ ਛੋਟੇ ਭਰਾ ਦਾ ਵੀ ਹੱਕ ਹੈ। ਔਰ ਇਸ ਪੱਖੋਂ ਉਹ ਬਿਲਕੁਲ ਵੀ ਕੋਈ ਦੋ ਰਾਵਾਂ ਨਹੀਂ ਉਹਨਾਂ ਪਾਰਟੀਆਂ ਦੇ ਵਿੱਚ, ਉਹਨਾਂ ਦੀ ਇੱਕ ਸੁਰਤਾ ਕਿਤੇ ਵੀ ਵੱਖਰੀ ਨਹੀਂ ਹੈ। ਇੱਕ ਸੁਰਤਾ ਦੀ ਜੇ ਸੁਰ ਭੰਗ ਹੁੰਦੀ ਵੀ ਹੈ ਤਾਂ ਉਹ ਇਸ ਨੁਕਤੇ ਤੇ ਹੋ ਰਹੀ ਹੈ ਕਿ ਕਿਧਰੇ ਇਹਦਾ ਲਾਹਾ ਇਨੈਲੋ ਨਾ ਲੈ ਜਾਵੇ। ਜਿਹੜੀ ਸਰਕਾਰ ਬਣੀ ਹੋਈ ਆ ਖੱਟੜ ਸਾਹਿਬ ਦੀ, ਉਹਦੇ ਲਈ ਸਮੱਸਿਆ ਇਹ ਹੈਗੀ ਕਿ ਉਹ ਜਿੰਨੀ ਦੇਰ ਤੱਕ ਇਸ ਨੁਕਤੇ ਦੇ ਉੱਤੇ ਖੁੱਲ ਕੇ ਸਟੈਂਡ ਨਹੀਂ ਲੈਂਦੀ ਉਨੀ ਦੇਰ ਤੱਕ ਉਹ ਲਾਹਾ ਲੈ ਸਕਦੇ ਨੇ। ਇਸ ਕਰਕੇ ਕੋਸ਼ਿਸ਼ ਇਹ ਆ ਸਿਰਫ ਤਿੰਨਾਂ ਪਾਰਟੀਆਂ ਦੀ, ਸੱਤਾਧਾਰੀ ਪਾਰਟੀ ਦੀ ਵੀ ਤੇ ਕਾਂਗਰਸ ਦੀ ਤੇ ਐਨਐਲਓ ਦੀ ਵੀ, ਕਿ ਉਹ ਪਾਣੀਆਂ ਦੇ ਸਵਾਲ ਦੇ ਉੱਤੇ ਹੀਰੋ ਬਣ ਜਾਣ, ਕਿਉਂਕਿ ਸਰਕਾਰ ਲਈ ਹੀਰੋ ਬਣਨਾ ਥੋੜਾ ਜਿਹਾ ਔਖਾ ਲੱਗਦਾ ਕਿਉਂਕਿ ਸਰਕਾਰ ਚਟਾਲੇ ਵਰਗਾ ਕਦਮ ਨਹੀਂ ਚੁੱਕ ਸਕਦੀ ਨਹਿਰ ਨੂੰ ਪੁੱਟਣ ਦਾ, ਉਹਨੂੰ ਕਾਨੂੰਨ ਦੀਆਂ ਗੱਲਾਂ ਕਰਨੀਆਂ ਪੈਣਗੀਆਂ। ਇਸ ਕਰਕੇ ਉਹਨਾਂ ਦੀ ਰਾਏ 'ਚ ਕੋਈ ਬਹੁਤ ਵਖਰੇਵਾ ਨਹੀਂ, ਇਸ ਗੱਲ ਨੂੰ ਸਾਨੂੰ ਜ਼ਰੂਰ ਸਮਝ ਲੈਣਾ ਚਾਹੀਦਾ। ਪਰ ਜਿੱਥੋਂ ਤੱਕ ਸਾਡਾ ਪੰਜਾਬੀਆਂ ਦਾ ਸੰਬੰਧ ਹੈ, ਮੇਰੇ ਮੁਤਾਬਕ ਪੰਜਾਬ ਦੇ ਲੋਕਾਂ ਨੂੰ ਇਸ ਮੁੱਦੇ ਨੂੰ ਕਿਸੇ ਵੀ ਸੂਰਤ ਦੇ ਵਿੱਚ ਨਰੋਲ ਪੋਲਿਟਿਕਸ ਦਾ ਮੁੱਦਾ ਬਣਾਏ ਬਿਨਾਂ ਪੰਜਾਬ ਦੇ ਸਤਹੀਣ ਹੋਣ ਜਾ ਰਹੇ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਆਕਸੀਜਨ ਦੇਣ ਦਾ ਮੁੱਦਾ ਸਮਝਣਾ ਚਾਹੀਦਾ। ਨੈਚੁਰਲ ਰਿਸੋਰਸ ਦੇ ਤੌਰ ਤੇ ਜੋ ਪੋਜੀਸ਼ਨ ਸਾਡੀ 47 ਸੀ ਪਾਣੀ, ਉਹਦੇ ਨਾਲੋਂ ਸਾਡੇ ਕੋਲੇ ਆਲਰੇਡੀ ਬਹੁਤ ਘੱਟ ਚੁੱਕਾ। ਇਹ ਵੀ ਨੁਕਤਾ ਨਹੀਂ ਹੈ ਕਿ ਸਾਡੇ ਕੋਲੇ ਪਾਣੀ ਘੱਟ ਚੁੱਕਾ। ਜੇ ਸਾਡਾ ਪਾਣੀ 47 ਤੋਂ ਵੱਧ ਵੀ ਗਿਆ ਹੁੰਦਾ ਤੇ ਤਾਂ ਵੀ ਅਸੀਂ ਮੁਫਤ ਨਹੀਂ ਸੀ ਪਾਣੀ ਦੇ ਸਕਦੇ, ਕਿਉਂਕਿ ਨੈਚੁਰਲ ਰਿਸੋਰਸ ਦੇ ਉੱਤੇ ਜੇ ਅਸੀਂ ਕੋਇਲਾ ਮੁਫਤ ਨਹੀਂ ਲਿਆ ਸਕਦੇ, ਰਾਜਸਥਾਨ ਦਾ ਮਾਰਬਲ ਮੁਫਤ ਨਹੀਂ ਲਿਆ ਸਕਦੇ, ਤੇ ਅਸੀਂ ਹਰਿਆਣੇ ਨੂੰ ਪਾਣੀ ਵੀ ਮੁਫਤ ਨਹੀਂ ਦੇ ਸਕਦੇ, ਰਾਜਸਥਾਨ ਨੂੰ ਪਾਣੀ ਵੀ ਮੁਫਤ ਨਹੀਂ ਦੇ ਸਕਦੇ, ਦਿੱਲੀ ਨੂੰ ਪਾਣੀ ਵੀ ਮੁਫਤ ਨਹੀਂ ਦੇ ਸਕਦੇ। ਇਹਦੇ 'ਚ ਕੋਈ ਬਹਿਸ ਦਾ ਸਵਾਲ ਹੀ ਨਹੀਂ ਹੈ। ਸਵਾਲ ਸਿਰਫ ਇਹ ਹੈ ਕਿ ਸਾਡੀਆਂ ਸਰਕਾਰਾਂ ਅਸਲ ਕਾਨੂੰਨ ਦੇ ਤਹਿਤ ਨੈਚੁਰਲ ਰਿਸੋਰਸ ਦੇ ਤਹਿਤ ਕੇਸ ਕਿਉਂ ਨਹੀਂ ਕਰ ਰਹੀ। ਅਜੀਤ ਜੀ, ਮੈਂ ਇੱਕ ਅਪਡੇਟ ਦੇਣਾ ਚਾਹੂੰਗਾ। ਇੱਕ ਮਿੰਟ, ਇੱਕ ਲਾਈਨ ਬਸ ਪਲੀਜ਼। ਹਾਂਜੀ, ਇੱਕ ਲਾਈਨ ਜੀ ਅਪਡੇਟ ਹੈਗੀ ਹੈ ਕਿ ਹੁਣੇ ਇੱਕ ਖਬਰ ਆ ਰਹੀ ਹੈ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜਾ SYL ਦਾ ਇਸ਼ੂ ਹੈ ਉਹਨੂੰ ਲੈ ਕੇ ਦੋਨਾਂ ਸਟੇਟਸ ਨੇ ਆਪੋ ਆਪਣੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ। ਹੁਣੇ ਖਬਰ ਆਈ ਹੈ ਕਿ ਨਾ ਪੰਜਾਬ ਸਰਕਾਰ ਦੀਆਂ ਬੱਸਾਂ ਚੱਲਣਗੀਆਂ ਨਾ ਹਰਿਆਣਾ ਸਰਕਾਰ ਦੀਆਂ ਬੱਸਾਂ ਚੱਲਣਗੀਆਂ। ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਦੋਨਾਂ ਸਰਕਾਰਾਂ ਵੱਲੋਂ। ਧੰਨਵਾਦ ਜੀ ਸ਼ਿਵਦੀਸ਼ ਜੀ, ਸੀਪੀ ਸਿੰਘ ਜੀ ਤੇ ਪਰਮੇਸ਼ਰ ਸਿੰਘ ਜੀ, ਟਾਈਮ ਹੋ ਗਿਆ ਹੈ ਤੇ ਆਪਾਂ ਨੂੰ ਇਹ ਟਾਈਮ ਰੈਪ ਅਪ ਕਰਨਾ ਪੈਣਾ। ਪਰ ਮੈਂ ਇੰਨੀ ਗੱਲ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਪਾਣੀ ਦਾ ਮੁੱਦਾ ਬਹੁਤ ਹੀ ਗੰਭੀਰ ਹੈ ਪੰਜਾਬ ਵਾਸਤੇ, ਪਰ ਉਹਦੇ ਬਾਵਜੂਦ ਵੀ ਸਿਆਸੀ ਲੋਕ ਜ਼ਿਆਦਾ ਸਿਆਸਤ ਕਰਦੇ ਲੱਗਦੇ ਨੇ। ਭਾਵੇਂ ਇਹ ਪ੍ਰੋਟੈਸਟ ਇਨੈਲੋ ਵੱਲੋਂ ਹੋਵੇ, ਇਹ ਵੀ ਸਿਆਸਤ ਦਾ ਹਿੱਸਾ ਲੱਗਦਾ, ਤੇ ਅਕਾਲੀ ਦਲ ਦਾ ਬਾਹਰ ਚਲੇ ਜਾਣਾ ਤੇ ਦੂਜੀਆਂ ਪਾਰਟੀਆਂ ਦਾ ਵੀ ਅੱਜ ਤੱਕ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹਨਾਂ 'ਚੋਂ ਸਿਆਸਤ ਜ਼ਿਆਦਾ ਝਲਕਦੀ ਹੈ। ਲੱਖਾਂ ਲੋਕਾਂ ਦਾ ਜੀਵਨ ਦਾ ਆਧਾਰ ਪਾਣੀ ਸ਼ਾਇਦ ਓਨਾ ਇੰਪੋਰਟੈਂਟ ਸਾਡੇ ਸਿਆਸਤਦਾਨਾਂ ਵਰਗਾ ਵਾਸਤੇ ਹੈ ਨਹੀਂ, ਤੇ ਇਹ ਇੱਕ ਵੱਡਾ ਕਾਰਨ ਹੈ ਕਿ ਇਹੋ ਜਿਹੇ ਮਸਲੇ ਨੇ ਲਮਕ ਜਾਂਦੇ ਨੇ
ਤੇ ਇਹਨਾਂ ਇਹ ਸਿਆਸਤ ਦੇ ਮੁੱਦੇ ਬਣ ਜਾਂਦੇ ਨੇ ਤੇ ਇਨਸਾਫ ਕਿਤੇ ਬਹੁਤ ਦੂਰ ਰਹਿ ਜਾਂਦਾ ਹੈ। ਆਸ ਕਰਦਾ ਹਾਂ ਸਾਡੀ ਇਹ ਪੇਸ਼ਕਸ਼ ਸਾਡੇ ਦਰਸ਼ਕਾਂ ਨੂੰ ਪਸੰਦ ਆਈ ਹੋਵੇਗੀ। ਜੇ ਕਿਸੇ ਗੱਲ ਦਾ ਕਿਸੇ ਸਰੋਤੇ ਨੂੰ ਕਿਸੇ ਦਰਸ਼ਕ ਨੂੰ ਬੁਰਾ ਲੱਗਿਆ ਹੋਵੇ ਉਹਨਾਂ ਤੋਂ ਮੁਆਫੀ ਚਾਹੁੰਦੇ ਆ ਤੇ ਇਹਦੇ ਨਾਲ ਹੀ ਅਸੀਂ ਇਹ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਮੰਗਦੇ ਹਾਂ। ਧੰਨਵਾਦ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ।